ਉਲਟਤ ਪਵਨ ਚੱਕਰ ਖਟ ਭੇਦੇ, ਸੁਰਤ ਸੁਨ ਅਨਰਾਗੀ। ਆਵੈ ਨਾ ਜਾਏ ਮਰੈ ਨਾ ਜੀਵੈ, ਤਾਸ ਖੋਜ ਬੈਰਾਗੀ। ਮੇਰੇ ਮਨ ਮਨਿ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਭਈ ਅਵਰੈ, ਨਾਤਰ ਥਾ ਬੇਗਾਨਾ। ਰਹਾਉ ਨਿਵਰੈ ਦੂਰ, ਦੂਰ ਫੁਨ ਨਿਵਰੈ, ਜਿਨ ਜੈਸਾ ਕਰ ਮਾਨਿਆ। ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ, ਐਸਾ ਕੋਇ ਵਿਵੇਕੀ। ਕਹੋ ਕਬੀਰ ਜਿਨ ਦਿਆ ਪਲੀਤਾ, ਤਿਨ ਤੈਸੀ ਝਲ ਦੇਖੀ। ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ, ਐਸਾ ਕੋਇ ਵਿਵੇਕੀ। ਕਹੋ ਕਬੀਰ ਜਿਨ ਦਿਆ ਪਲੀਤਾ, ਤਿਨ ਤੈਸੀ ਝਲ ਦੇਖੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼ਬਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹੇ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਤੇ ਬਿਰਾਜਮਾਨ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਤ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ। ਆਪ ਪਿਆਰ ਵਾਲਿਆਂ ਨੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਜਿੱਥੇ ਆਪਣੇ ਮਹਿਬੂਬ ਸਤਿਗੁਰੂ ਦੇ ਸਨਮੁਖ ਸੀਸ ਨਵਾਉਂਦਿਆਂ ਆਪਣੇ ਸੀਸ ਪਾਵਨ ਕੀਤੇ, ਉੱਥੇ ਗੁਰੂ ਚਰਨਾਂ ਵੱਲ ਆਉਂਦਿਆਂ ਆਪ ਜੀ ਨੇ ਕਦਮ ਵੀ ਸਫਲ ਕੀਤੇ, ਸ਼ਰਨ ਪੈ ਕੇ ਜਿੰਦ ਸਫਲ ਕੀਤੀ। ਜਿਸ ਨੂੰ ਹਜ਼ੂਰ ਗੁਰਬਾਣੀ ਵਿੱਚ ਪਾਉ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜਿਉ ਪਿਆ ਤਉ ਸ਼ਰਣੀ। ਤੋ ਇਹ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ ਭਾਈ।
ਇਸ ਨੂੰ ਖੁਸ਼ਾਮਦ ਨਾ ਸਮਝਿਓ, ਐਸਾ ਨਾ ਸਮਝਿਓ ਕਿ ਗਿਆਨੀ ਜੀ ਸਾਨੂੰ ਪ੍ਰਸੰਨ ਕਰਨ ਵਾਸਤੇ, ਖੁਸ਼ ਕਰਨ ਵਾਸਤੇ ਕਹਿੰਦੇ ਨੇ। ਭਾਈ ਗੁਰਮੁਖ ਪਿਆਰਿਓ, ਇਹ ਸੱਚਮੁੱਚ ਬੜੀ ਪ੍ਰਮਾਤਮਾ ਦੀ ਮਿਹਰਾਮਤ ਹੋਵੇ, ਬਖਸ਼ਿਸ਼ ਹੋਵੇ, ਇਹ ਬਿਧ ਬਣਦੀ ਹੈ। ਭਾਈ ਸਾਹਿਬ ਡਾਕਟਰ ਵੀਰ ਸਿੰਘ ਸਿੱਖ ਕੌਮ ਵਿੱਚ ਉਹਨਾਂ ਦਾ ਬੜਾ ਮਹੱਤਵਪੂਰਨ ਸਥਾਨ ਹੈ। ਉਹ ਕਿਆ ਕਰਦੇ ਸਨ ਵੀ ਜੇ ਤੁਸੀਂ ਇਹ ਅਨੁਮਾਨ ਲਗਾਉਣਾ ਹੋਵੇ, ਇਹ ਅੰਦਾਜ਼ਾ ਲਗਾਉਣਾ ਹੋਵੇ ਵੀ ਭਲਾ ਪ੍ਰਮਾਤਮਾ ਮੇਰੇ ਤੇ ਕਿਤਨਾ ਕੁ ਪ੍ਰਸੰਨ ਹੈ। ਸਤ ਸੰਗਤ, ਇਹ ਭਾਈ ਸਾਹਿਬ ਡਾਕਟਰ ਵੀਰ ਸਿੰਘ ਬੜੇ ਵਿਦਵਾਨ ਪੁਰਸ਼ ਔਰ ਬਹੁਤ ਸਾਰਾ ਸਾਹਿਤ ਲਿਟਰੇਚਰ ਉਹਨਾਂ ਨੇ ਲਿਖ ਕੇ ਸਾਡੀ ਝੋਲੀ ਪਾਇਆ। ਉਹ ਅਕਸਰ ਕਿਆ ਕਰਦੇ ਸਨ ਵੀ ਗੁਰਸਿੱਖੋ, ਜੇ ਇਹ ਅਨੁਮਾਨ ਲਗਾਉਣਾ ਹੋਵੇ ਵੀ ਪ੍ਰਮਾਤਮਾ ਸਾਡੇ ਤੇ ਕਿਤਨੇ ਕੁ ਪ੍ਰਸੰਨ ਨੇ, ਤੇ ਆਪਣੇ ਪਿਛਲੇ ਪਾਸਟ 24 ਆਵਰ, ਪਿਛਲੇ 24 ਘੰਟਿਆਂ ਤੇ ਪੰਛੀ ਝਾਤ ਮਾਰੋ ਤੇ ਵੇਖੋ, ਤੱਕੋ ਬਈ ਕੀ ਪਿਛਲੇ 24 ਘੰਟਿਆਂ ਦੇ ਵਿੱਚ ਮੈਨੂੰ ਕੋਈ ਘੜੀ, ਕੋਈ ਪਲ, ਅਵਸਰ ਮੈਂ ਸੰਗਤ ਵਿੱਚ ਗਿਆ ਵਾਂ, ਬੈਠਾ ਵਾਂ, ਨਮਸਕਾਰ ਕੀਤੀ ਹੈ? ਜੇ ਕੀਤੀ ਹੈ, ਜੇ ਗਿਆ ਵਾਂ, ਤੇ ਫਿਰ ਸਮਝ ਲੈ ਤੇਰੇ ਤੇ ਨਜ਼ਰੇ ਇਨਾਇਤ ਹੈ, ਤੇਰੇ ਤੇ ਕਿਰਪਾ। ਔਰ ਜੇ ਤੂੰ ਨਹੀਂ ਗਿਆ ਤੇ ਫਿਰ ਇਉਂ ਸਮਝ ਲੈ ਵੀ ਤੂੰ ਆਪਣੀ ਵਜ੍ਹਾ ਕਰਕੇ ਇਸ ਕਿਰਪਾ ਤੋਂ ਵਾਂਝਾ ਰਹਿ ਗਿਆ। ਤੋ ਇਹ ਹੈ ਉਹਨਾਂ ਭਿੱਜੀਆਂ ਹੋਈਆਂ ਰੂਹਾਂ ਦੇ ਵਿਚਾਰ, ਜਿਨ੍ਹਾਂ ਨੇ ਪ੍ਰਮਾਤਮਾ ਦੀ ਬਖਸ਼ਿਸ਼ ਨੂੰ ਨਾਮ ਜਪ ਜਪ ਕੇ, ਬਾਣੀ ਪੜ ਪੜ ਕੇ, ਸੇਵਾ ਕਰ ਕਰਕੇ, ਮਨੁੱਖਤਾ ਦਾ ਭਲਾ ਕਰ ਕਰਕੇ, ਜਿਨ੍ਹਾਂ ਨੇ ਸਾਧ ਸੰਗਤ ਇਸ ਅਵਸਥਾ ਨੂੰ ਮਾਣਿਆ, ਉਹ ਕਹਿੰਦੇ ਨੇ ਵੀ ਬੜੇ ਵੱਡੇ ਭਾਗ ਹੋਣ ਤੇ ਮਨੁੱਖ ਨੂੰ ਚੰਗੀ ਸ਼ੋਭਤ ਮਿਲਦੀ ਹੈ। ਔਰ ਜੇ ਮਨੁੱਖ ਦਾ ਸਬੱਬ ਮਾੜੀ ਸ਼ੋਭਤ ਨਾਲ ਬਣ ਜਾਏ, ਕਦੀ ਕਦੀ ਉਹਦੇ ਵਿੱਚ ਸਾਡਾ ਹਿੱਸਾ, ਸਾਡਾ ਯੋਗਦਾਨ ਹੁੰਦਾ, ਤੇ ਕਦੀ ਕਦੀ ਤੇ ਵੇਖਿਆ ਵੀ ਅਸੀਂ ਸ਼ੋਭਤ ਉਹਨਾਂ ਦੀ ਕਰਨੀ ਨਹੀਂ ਚਾਹੁੰਦੇ, ਵਿਧਾਂ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ। ਫਿਰ ਅਰਦਾਸ ਕਰਨੀ ਚਾਹੀਦੀ ਹੈ ਤੇ ਕਹਿਣਾ ਚਾਹੀਦਾ, ਮਹਾਰਾਜ ਕਿਰਪਾ ਕਰੋ, ਤੁਹਾਡਾ ਆਪਣਾ ਹੁਕਮ ਹੈ, ਸਾਖਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਭਾਈ ਸਾਖਤ ਨੂੰ ਦੂਰੋਂ ਵੇਖ ਕੇ ਹੀ ਭੱਜ ਜਾਓ। ਇਹ ਇਸ ਤਰ੍ਹਾਂ ਹੈ ਜਿਵੇਂ ਕਾਲਾ ਬਰਤਨ ਹੁੰਦਾ। ਕਾਲਾ ਬਰਤਨ ਮੀਨਜ਼ ਪਹਿਲਾਂ ਅੱਗ ਬਾਲ ਕੇ ਚੀਜ਼ਾਂ ਪਕਾਈਆਂ ਜਾਂਦੀਆਂ ਸਨ, ਤੇ ਜਦੋਂ ਲੱਕੜਾਂ ਦੀ ਅੱਗ ਬਾਲਣੀ ਤੇ ਉਹ ਵੱਡੇ ਵੱਡੇ ਟੱਬ ਜਾਂ ਦੇਗਿਆਂ ਨੂੰ ਬਾਹਰਲੇ ਪਾਸਿਓਂ ਕਾਲਾ ਕਰ ਦਿੰਦੇ ਸਨ। ਫਿਰ ਜਦੋਂ ਉਹਨਾਂ ਦੇ ਨਾਲ ਵਿਚਰਨਾ, ਉਹਨਾਂ ਦੇ ਨੇੜੇ ਕੋਈ ਕੱਪੜਾ ਲੱਗ ਜਾਣਾ, ਉਹ ਕੱਪੜਾ ਕਾਲਾ ਹੋ ਜਾਣਾ, ਹੱਥ ਕਾਲੇ ਹੋ ਜਾਣੇ, ਹੋਰ ਅੰਗ ਕਾਲੇ ਹੋ ਜਾਣੇ। ਤੋ ਉਹ ਐਗਜ਼ਾਮਪਲ ਦਿੱਤੀ ਕਿ ਜਿਸ ਤਰ੍ਹਾਂ ਭਾਈ ਕਾਲੇ ਬਰਤਨ ਦੀ ਸੰਗਤ ਕੀਤਿਆਂ ਕਾਲਖ ਲੱਗਦੀ ਏ, ਇਸ ਤਰ੍ਹਾਂ ਮਨ ਦੇ ਪਿੱਛੇ ਤੁਰਨ ਵਾਲਾ ਜਾਂ ਸਾਖਤ ਸ਼ਕਤੀ ਦਾ ਪੁਜਾਰੀ, ਪਰਮਾਤਮਾ ਨਾਲੋਂ ਟੁੱਟਾ ਹੋਇਆ, ਪਰਮਾਤਮਾ ਨੂੰ ਉੱਕਾ ਭੁਲਾ ਚੁੱਕਾ ਮਨੁੱਖ ਜਿਹੜਾ ਹੈ, ਉਹਦੀ ਸੰਗਤ ਵੀ ਕਿਸੇ ਕਾਲੇ ਬਰਤਨ ਤੋਂ ਘੱਟ ਨਹੀਂ ਹੁੰਦੀ। ਇਸ ਵਾਸਤੇ ਭਲਿਆਂ ਦੀ ਸ਼ੋਭਤ ਵਿੱਚ ਬੈਠ ਔਰ ਆਪ ਪਿਆਰ ਵਾਲੇ ਨਿਤਾ ਪ੍ਰਤੀ ਨੇਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਜਦੇ ਹੋ, ਕੀਰਤਨ ਦਾ ਆਨੰਦ ਲੈਂਦੇ ਹੋ, ਵਿਚਾਰਾਂ ਸਰਵਣ ਕਰਦੇ ਹੋ। ਸੋ ਗੁਰੂ ਰੂਪ ਸਾਧ ਸੰਗਤ ਜੀ, ਨਿਰਸੰਦੇਹ ਵੱਡਿਆਂ ਭਾਗਾਂ ਵਾਲੇ ਹੋ। ਮੇਰੀ ਇਹ ਅਰਦਾਸ ਹੈ, ਗੁਰਦੇਵ ਕਿਰਪਾ ਕਰਨ ਵੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਸਾਰੇ ਇਸੇ ਤਰ੍ਹਾਂ ਗੁਰੂ ਚਰਨਾਂ ਵਿੱਚ ਜੁੜਦੇ ਰਹੀਏ, ਸਤਿਗੁਰੂ ਦੀ ਰਹਿਮਤ ਦੇ ਪਾਤਰ ਬਣੇ ਰਹੀਏ। ਦਿਮਾਗ ਠੀਕ ਰਹਿੰਦਾ ਜੇ, ਵਰਨਾ ਇਹਦਾ ਖਰਾਬ ਹੋਣ ਲੱਗਿਆ ਵਕਤ ਨਹੀਂ ਲੱਗਦਾ। ਦੁੱਧ ਦਾ ਤੇ ਬੁੱਧ ਦਾ
ਹਟਦਿਆਂ ਕੋਈ ਪਤਾ ਨਹੀਂ ਲੱਗਦਾ। ਹਜ਼ੂਰੀ ਵਿੱਚ ਆਉਂਦੇ ਰਹੀਏ, ਵਾਹਿਗੁਰੂ ਕਿਰਪਾ ਕਰੇ, ਬਾਣੀ ਰਾਹੀਂ ਸਮਝਾਉਂਦਾ ਰਹੇ, ਕਿਤੇ ਕਿਤੇ ਕਦੀ ਕਦੀ ਮਿੱਠੀ ਝਿੜਕ ਮਾਰਦਾ, ਭੇਜਾ ਠੀਕ ਰਹਿੰਦਾ, ਦਿਮਾਗ ਠੀਕ ਰਹਿੰਦਾ, ਬੰਦਾ ਰਾਏ ਰਾਏ ਆਉਂਦਾ ਤੇ ਰਾਏ ਰਾਏ ਜਾਂਦਾ। ਉਪਰੰਤ ਆਪ ਜੀ ਨੇ ਦਾਸ ਪਾਸੋਂ ਇੱਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ। ਸਤ ਸੰਗਤ ਲੜੀਵਾਰ ਗੁਰ ਸ਼ਬਦ ਵਿਚਾਰ ਅਧੀਨ। ਆਪ ਜੀ ਨੇ ਹੁਣੇ ਜੋ ਦਾਸ ਪਾਸੋਂ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 333 ਤੇ ਦਰਜ ਹੈ। ਅੱਜ ਵਾਲਾ ਸ਼ਬਦ ਆਮ ਭਗਤ ਬਾਣੀ ਨਾਲੋਂ ਵੀ ਜਰਾ ਕੁ ਮਹਿੰਗਾ। ਹੁਣ ਤੇ ਸਾਰੀ ਬਾਣੀ ਮਹਿੰਗੀ ਹੈ, ਪਰ ਅੱਜ ਵਾਲਾ ਥੋੜਾ ਜਿਹਾ ਵਧੇਰੇ ਮਹਿੰਗਾ ਭਾਸਦਾ ਹੈ। ਪਰ ਜੇ ਥੋੜਾ ਜਿਹਾ ਵੀ ਮਨ ਇਕਾਗਰ ਕਰੀਏ ਤੇ ਬਾਤ ਸਮਝ ਵਿੱਚ ਆ ਜਾਂਦੀ ਹੈ। ਹਜ਼ੂਰ ਭਗਤ ਕਬੀਰ ਸਾਹਿਬ ਮਹਾਰਾਜ ਅੱਜ ਦੇ ਸ਼ਬਦ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਸਾਰੇ ਰਲ ਮਿਲ ਕੇ ਇਹਨਾਂ ਨੂੰ ਵਿਚਾਰਨ ਦਾ ਯਤਨ ਕਰੀਏ। ਪ੍ਰਾਰੰਭ ਵਿੱਚ ਬੇਨਤੀ ਹੈ, ਆਪ ਜੀ ਬੇਸ਼ੱਕ ਬੜੀ ਇਕਾਗਰਤਾ ਨਾਲ ਸਜੇ ਹੋਏ ਹੋ, ਫਿਰ ਵੀ ਆਓ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾ, ਪਿਆਰ ਨਾਲ ਇਕੱਠੇ ਹੋ ਕੇ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ੍ਰੀ। ਪਿਆਰਿਓ, ਐਤਕੀ ਸਾਰੇ ਆਖੋ, ਗੱਜ ਕੇ ਆਖੋ, ਬੇਨਤੀ ਮੰਨੋ ਤੇ ਆਖੋ ਜੀ ਸਤਨਾਮ ਸ੍ਰੀ। ਗੌੜੀ ਬੈਰਾਗਣ ਤੇ ਪਦੇ। ਹੇਠ ਲਿਖਿਆ ਸ਼ਬਦ ਗੌੜੀ ਬੈਰਾਗਣ ਦਾ ਹੈ। ਮੈਂ ਆਪ ਜੀ ਨੂੰ ਅਰਜ਼ ਕੀਤੀ ਸੀ ਵੀ ਗੌੜੀ ਰਾਗ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਸ ਦੀਆਂ ਕਈ ਇੱਕ ਕਿਸਮਾਂ ਨੇ। ਗੌੜੀ ਗਵਾਰੇਰੀ, ਗੌੜੀ ਚੇਤੀ ਔਰ ਹੋਰ ਵੀ 2-3 ਕਿਸਮਾਂ ਦੀ ਗੌੜੀ ਦੇ ਤੁਸੀਂ ਪਿੱਛੇ ਦਰਸ਼ਨ ਕਰਕੇ ਆਏ ਹੋ। ਅੱਜ ਗੌੜੀ ਦੀ ਜਿਹੜੀ ਕਿਸਮ ਹੈ ਗੌੜੀ ਬੈਰਾਗਣ, ਇਹ ਦਰਜਨ ਤੋਂ ਵੀ ਜ਼ਿਆਦਾ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਦਰਜ ਨੇ। ਔਰ ਨਾਲ ਲਿਖਿਆ ਤੇ ਪਦੇ। ਤੇ ਪਦੇ ਦੇ ਅਰਥ ਨੇ ਵੀ ਹੇਠ ਲਿਖਿਆ ਜਿਹੜਾ ਸ਼ਬਦ ਹੈ ਇਹ ਪਿਆਰਿਓ ਤਿੰਨਾਂ ਪਦਿਆਂ ਵਾਲਾ। ਕਿਤੇ ਕਿਤੇ 2 ਪਦੇ ਵੀ ਨੇ, ਕਿਤੇ ਕਿਤੇ 4 ਪਦੇ ਵੀ ਨੇ, ਪਰ ਕਿਤੇ ਕਿਤੇ ਤੇ ਪਦੇ ਵੀ ਨੇ, 5 ਪਦੇ ਵੀ ਨੇ। ਅਸ਼ਟਪਦੀਆਂ ਤੋਂ ਤੇ ਤੁਸੀਂ ਵਾਕਿਫ ਹੀ ਹੋ। ਤੋ ਹੇਠ ਲਿਖਿਆ ਸ਼ਬਦ ਗੌੜੀ ਬੈਰਾਗਣ ਰਾਗ ਵਿੱਚ ਗਾਇਨ ਕਰਨਾ ਹੈ। ਔਰ ਇਨਫੋਰਮੇਸ਼ਨ ਇਹ ਹੈ ਵੀ ਇਹ ਸ਼ਬਦ ਤਿੰਨਾਂ ਪਦਿਆਂ ਵਾਲਾ ਹੈ। ਇਹਦੇ ਵਿੱਚ ਕੋਈ ਪਦਾ ਜੋੜ ਨਹੀਂ ਸਕਦਾ, ਇਹਦੇ ਵਿੱਚੋਂ ਕੋਈ ਪਦਾ ਘਟਾ ਵੀ ਨਹੀਂ ਸਕਦਾ। ਇਹ ਲੌਗ ਸਿਸਟਮ ਹੈ ਗੁਰਬਾਣੀ ਦਾ। ਜੇ ਗੌਰ ਨਾਲ ਤੁਸੀਂ ਅੰਦਰਲੇ ਡੰਡੀਆਂ ਔਰ ਅੰਦਰਲੇ ਹਿੰਦਸੇ, ਫਿਰ ਜੁਮਲਾ ਜਿਹਨੂੰ ਗ੍ਰੈਂਡ ਟੋਟਲ ਕਹਿੰਦੇ ਹੋ ਇੰਗਲਿਸ਼ ਵਿੱਚ, ਉਹ ਇਸ ਕਦਰ ਬਣਾਇਆ ਗਿਆ ਹੈ ਵੀ ਕਦੀ ਵੀ ਰਹਿੰਦੀ ਦੁਨੀਆ ਤੱਕ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕਰੇ ਅੰਦਰੂਨੀ ਬਣਤਰ ਨਾਲ, ਉਹ ਪਕੜਿਆ ਜਾਏ। ਉਹ ਜੇ ਥੋੜਾ ਜਿਹਾ ਗੌਰ ਕਰੀਏ, ਦਿਲਚਸਪੀ ਲਈਏ, ਫਿਰ ਉਹ ਗੁੰਝਲਾਂ ਆਹਿਸਤਾ ਆਹਿਸਤਾ ਖੁੱਲਦੀਆਂ ਨੇ। तो नहीं कोई छेड़छाड़ कर सकता। इतनी एहतियात, इतनी सावधानी वरती गई है। ये भी मैं अर्ज कर दिया। हुण दरगाही बोल आप जी की मैं नज़र करा, एक होर नुकता दस दिया। ते पदे लिख के फिर थले बरीक गया इं हिंदसे का 3 पाया, क्योंकि मैं महाराज के कोल बैठा, तुसी जरा डिस्टेंस ते हो, इस तरह नहीं देख सकते, तुहाडी जानकारी लई दस दिया। ये लिखिया है गौड़ी बैरागण, फिर ते पदे लिख के ते पदे दे ददे दे थले छोटा जिहा हिंदसे का 3 पाया, मैथेमैटिक्स का 3 पाया। की मतलब जी,
ਬਈ ਇਹ ਜਿਹੜੇ ਤਿੰਨ ਪਦਿਆਂ ਦੀ ਮੈਂ ਗੱਲ ਕੀਤੀ ਹੈ, ਇਹ ਤਿੰਨ ਸ਼ਬਦ ਆਉਣਗੇ। ਇੱਕ ਜਿਹੜਾ ਤੁਸੀਂ ਸੁਣ ਲਿਆ, ਇੱਕ ਇਦੋਂ ਅਗਲਾ ਵੀ ਤਿੰਨਾਂ ਪਦਿਆਂ ਵਾਲਾ, ਇੱਕ ਉਦੋਂ ਅਗਲਾ ਵੀ ਤਿੰਨਾਂ ਪਦਿਆਂ ਵਾਲਾ। ਅੱਗੋਂ ਸਿਸਟਮ ਬਦਲ ਜਾਏਗਾ, ਉਹ ਦੋ ਪਦਾ ਵੀ ਹੋ ਸਕਦਾ ਹੈ, ਚੌਪਦਾ ਵੀ ਹੋ ਸਕਦਾ ਹੈ, ਪਰ ਇਹ ਤਿੰਨ ਸ਼ਬਦ ਤੇ ਪਦੇ ਨੇ, ਤਿੰਨਾਂ ਪਦਿਆਂ ਵਾਲੇ ਨੇ। ਇਹ ਇਨਫੋਰਮੇਸ਼ਨ ਦੇ ਦਿੱਤੀ, ਜਾਣਕਾਰੀ ਦੇ ਦਿੱਤੀ ਸਾਨੂੰ। ਹੁਣ ਦਰਗਾਹੀ ਬੋਲ, ਉਲਟਤ ਪਵਨ ਚੱਕਰ ਖੱਟ ਭੇਦੇ, ਸੁਰਤ ਸੁਨ ਅਨਰਾਗੀ, ਆਵੇ ਨਾ ਜਾਏ ਮਰੈ ਨਾ ਜੀਵੈ, ਤਾਸ ਖੋਜ ਬੈਰਾਗੀ। ਉਲਟਤ ਦੇ ਅਰਥ ਹੁੰਦੇ ਨੇ ਉਲਟਾ ਕਰਨਾ, ਕੁਛ ਵੀ ਜੋ ਪਹਿਲਾਂ ਹੋ ਰਿਹਾ ਸੀ ਉਹਦੇ ਵਿਪਰੀਤ ਕਰਨਾ। ਉਲਟਾ ਮੀਨਸ ਜੋ ਪਹਿਲਾਂ ਸੀ ਉਹਦੇ ਬਿਲਕੁਲ ਉਲਟ ਕਰਨਾ, ਉਹਦੇ ਵਿਪਰੀਤ ਕਰਨਾ। ਜਿਹੜਾ ਮੇਰਾ ਮਨ ਪਹਿਲਾਂ ਨਿਵਾਨ ਵੱਲ ਦੌੜਦਾ ਸੀ ਨਾ, ਜਿਹਦੇ ਵਿੱਚ ਭੈੜੇ ਫੁਰਨੇ ਆਉਂਦੇ ਸਨ, ਹੁਣ ਉਹ ਮੇਰਾ ਮਨ ਜਿਹੜਾ ਉਲਟ ਗਿਆ। ਹੁਣ ਉਹ ਭੈੜੇ ਪਾਸੇ ਜਾਣ ਦੀ ਬਜਾਏ ਚੰਗੇ ਪਾਸੇ ਜਾਣ ਲੱਗ। ਦੇਖੋ ਇੱਕ ਗੱਲ ਸਮਝਣਾ, ਮਨ ਨਿਵਾਣ ਵਾਲੇ ਪਾਸੇ ਜਾਏ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ, ਉਹ ਜਾਏਗਾ। ਇਹ ਬਿਲਕੁਲ ਪਾਣੀ ਵਰਗਾ ਹੈ, ਪਾਣੀ ਨੂੰ ਤੁਸੀਂ ਕਿਤੇ ਵੀ ਡੋਲੋ ਉਹ ਨੀਵੇਂ ਪਾਸੇ ਆਪੇ ਰੁਖਸਤ ਕਰੇਗਾ, ਰਵਾਨਗੀ ਕਰੇਗਾ। ਪਰ ਪਾਣੀ ਨੂੰ ਉੱਚੇ ਪਾਸੇ ਲਿਜਾਣਾ ਤੁਹਾਨੂੰ ਪੰਪ ਲਗਾਉਣਾ ਪਏਗਾ, ਆੜ ਬਣਾਉਣੀ ਪਏਗੀ, ਰਜਵਾ ਬਣਾਉਣਾ ਪਏਗਾ, ਯਾਨੀ ਕੋਈ ਨਾ ਕੋਈ ਪ੍ਰਬੰਧ ਕਰਨਾ ਪਏਗਾ, ਫਿਰ ਉੱਤੇ ਜਾਏਗਾ, ਅਦਰਵਾਈਜ਼ ਨਹੀਂ ਜਾਏਗਾ। ਮਨ ਨੂੰ ਚੰਗੇ ਪਾਸੇ ਲਾਣਾ ਹੈ ਤੇ ਕੋਈ ਕਰਨਾ ਪਵੇਗਾ, ਤੇ ਜੇ ਚੰਗੇ ਪਾਸੇ ਨਹੀਂ ਲਾਣਾ ਤੇ ਕੁਝ ਕਰਨ ਦੀ ਨਹੀਂ ਲੋੜ, ਫਿਰ ਇਹ ਆਪੇ ਲੱਗ ਜਾਂਦਾ। ਜਿਵੇਂ ਪਾਣੀ ਨੀਵੇਂ ਪਾਸੇ ਆਪੇ ਜਾਂਦਾ ਹੈ ਨਾ, ਇਵੇਂ ਭੈੜੇ ਫੁਰਨੇ, ਵਕਾਰ, ਈਰਖਾ, ਤ੍ਰਿਸ਼ਨਾ, ਨਿੰਦਾ, ਚੁਗਲੀ, ਇਦਾਂ ਦੀਆਂ ਗੱਲਾਂ ਵਾਲੇ ਪਾਸੇ ਤੇ ਮਨ ਆਪੇ ਹੀ ਜਾਂਦਾ ਹੈ। ਪਰ ਜੇ ਸ਼ੁਭ ਗੁਣ ਧਾਰਨ ਕਰਨੇ ਨੇ, ਭਾਈ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਸੇਵਾ ਕਰਨੀ ਹੈ, ਫਿਰ ਮਨ ਨੂੰ ਥੋੜਾ ਪ੍ਰੇਰਨਾ ਪਏਗਾ, ਮਨ ਨਾਲ ਥੋੜਾ ਜਿਹਾ ਠੇਠ ਪੰਜਾਬੀ ਚ ਕਹਿ ਲਓ ਘੁਲਣਾ ਪਵੇਗਾ। ਘੁਲਣਾ, ਮਨ ਨਾਲ ਕੁਸ਼ਤੀ ਕਰਨੀ ਪਵੇਗੀ। ਭਾਈ ਉੱਠ ਨਾਮ ਜਪ ਲੈ, ਭਾਈ ਉੱਠ ਬਾਣੀ ਪੜ੍ਹ ਲੈ, ਚੱਲ ਭਾਈ ਆਲਸ ਨਾ ਕਰ, ਚੱਲ ਗੁਰਦੁਆਰੇ ਮੱਥਾ ਟੇਕ ਆਵੀਏ, ਇਹਦੇ ਨਾਲ ਘੁਲਣਾ ਪਏਗਾ। ਪਰ ਜੇ ਨਹੀਂ ਜਾਣਾ ਗੁਰਦੁਆਰੇ, ਫਿਰ ਇਹਦੇ ਨਾਲ ਕਾਹਦਾ ਘੁਲਣਾ, ਫਿਰ ਪਏ ਰਹੋ ਲੰਮੇ। ਨੀਵੇਂ ਪਾਸੇ ਜਾਣ ਵਾਸਤੇ ਕੁਝ ਕਰਨਾ ਨਹੀਂ ਪੈਂਦਾ, ਮਨ ਆਪੇ ਹੀ ਨੀਵੇਂ ਪਾਸੇ ਜਾਂਦਾ। ਚੰਗੇ ਪਾਸੇ ਲਿਜਾਣ ਵਾਸਤੇ ਇਹਦੇ ਨਾਲ ਘੁਲਣਾ ਪੈਂਦਾ, ਇਹਦੇ ਨਾਲ ਮਸ਼ੱਕਤ ਕਰਨੀ ਪੈਂਦੀ ਹੈ। ਹੁਣ ਮੇਰਾ ਮਨ ਉਲਟ ਗਿਆ ਹੈ। ਉਲਟਤ ਪਵਨ, ਪਵਨ ਕਹਿੰਦੇ ਹਵਾ ਨੂੰ, ਕਿਉਂਕਿ ਮਨ ਦਾ ਸੁਭਾਅ ਹਵਾ ਵਰਗਾ, ਇਸ ਕਰਕੇ ਇੱਥੇ ਮਨ ਨੂੰ ਪਵਨ ਕਹਿ ਦਿੱਤਾ, ਹਵਾ ਕਹਿ ਦਿੱਤਾ। ਮੇਰਾ ਜਿਹੜਾ ਹਵਾ ਵਰਗਾ ਮਨ ਹੈ, ਚੰਚਲ ਮਨ ਹੈ, ਭਟਕਾਊ ਮਨ ਹੈ, ਉਹਨੇ ਆਪਣਾ ਪਹਿਲਾਂ ਵਾਲਾ ਸੁਭਾਅ ਬਦਲ ਲਿਆ। ਇਹ ਕਬੀਰ ਸਾਹਿਬ ਕਹਿ ਰਹੇ ਨੇ, ਮੈਂ ਤੇ ਐਕਸਪਲੇਨ ਕਰ ਰਿਹਾ। ਮੇਰੇ ਵਾਸਤੇ ਤੇ ਤੁਸੀਂ ਅਰਦਾਸ ਕਰਿਓ ਗੁਰੂ ਚਰਨਾਂ ਵਿੱਚ ਵੀ ਇਸ ਤਰ੍ਹਾਂ ਦੀ ਅਵਸਥਾ ਮੇਰੀ, ਤੁਹਾਡੀ, ਸਾਡੀ ਸਾਰਿਆਂ ਦੀ ਬਣ ਜਾਏ। ਮੈਂ ਕਬੀਰ ਸਾਹਿਬ ਦੇ ਸ਼ਬਦ ਨੂੰ ਤੁਹਾਡੀ ਆਗਿਆ ਲੈ ਕੇ ਐਕਸਪਲੇਨ ਕਰ ਰਿਹਾ। ਹਜ਼ੂਰ ਕਹਿੰਦੇ ਨੇ ਉਲਟਤ ਪਵਨ, ਮੇਰਾ ਮਨ ਉਲਟ ਗਿਆ, ਮੇਰਾ ਮਨ ਹੁਣ ਚੰਗੇ ਪਾਸੇ ਲੱਗ ਗਿਆ। ਚੱਕਰ ਖੱਟ ਭੇਦੇ, ਜਿਹੜੀ ਗੱਲ ਮੈਂ ਕਹਿਣਾ ਹੁੰਦਾ ਵੀ ਬਾਣੀ ਮਹਿੰਗੀ ਹੈ। ਮਹਿੰਗੀ ਕਿਸ ਤਰ੍ਹਾਂ? ਹੁਣ ਤੁਸੀਂ ਆਡੀਅנס ਨੂੰ ਛੱਡੋ, ਕਿਸੇ ਵਕਤੇ ਨੂੰ, ਰੋਜ਼ ਕਥਾ ਕਰਨ ਵਾਲੇ ਨੂੰ ਪੁੱਛ ਲਓ ਵੀ ਇਹ ਚੱਕਰ ਖੱਟ ਭੇਦੇ ਦੇ ਕੀ ਅਰਥ ਨੇ, ਉਹ ਕਹੇਗਾ ਵੀ ਮੈਂ ਜਰਾ ਆਈਫੋਨ ਆਪਣਾ ਦੇਖ ਲਵਾਂ ਕੀ ਲਿਖਿਆ। ਸੁਤੇ ਸਿੱਧ ਨਹੀਂ ਦੱਸ ਸਕੇਗਾ, ਕਿਉਂਕਿ ਮਹਿੰਗੀ ਬਾਣੀ ਹੈ। ਇਹਦੀ ਵਿਚਾਰ ਕਰਨ ਲੱਗਿਆਂ ਵੀ ਘੱਟੋ ਘੱਟ 1 2 3 4 ਵਾਰਾਂ ਇਹਦੇ ਮੀਨਿੰਗ ਤੁਹਾਨੂੰ ਇਕਾਂਤ ਵਿੱਚ ਬੈਠ ਕੇ ਵੇਖਣੇ ਪੈਣਗੇ, ਫਿਰ ਖਾਨੇ 'ਚ ਪੈਂਦੇ ਨੇ। ਜਿਹੜੀ ਗੱਲ ਆਪ ਨੂੰ ਸਮਝ ਨਹੀਂ ਨਾ ਆਈ ਸਾਧ ਸੰਗਤ, ਉਹ ਕਿਸੇ ਨੂੰ ਨਹੀਂ ਸਮਝਾਈ ਜਾ ਸਕਦੀ। ਮੈਂ ਕਈ ਵਾਰ ਵੇਖਿਆ, ਕਿਸੇ ਸ਼ਬਦ ਨੂੰ ਅੱਜ ਐਕਸਪਲੇਨ ਕਰਨਾ ਹੈ, ਜੇ ਚੰਗੀ ਤਰ੍ਹਾਂ ਉਹ ਖਾਨੇ 'ਚ ਨਹੀਂ ਪਿਆ, ਫਿਰ ਉਹ ਬਹੁਤ ਵਧੀਆ ਢੰਗ ਨਾਲ ਐਕਸਪਲੇਨ ਵੀ ਨਹੀਂ ਹੁੰਦਾ। ਇਹਨੂੰ ਐਕਸਪਲੇਨ ਕਰਨ ਲਈ ਜੇ ਕੋਈ ਵਕਤਾ ਹੈ, ਜੇ ਕੋਈ ਪ੍ਰੋਫੈਸ਼ਨਲ ਇਹ ਕੰਮ ਕਰਦਾ ਹੈ, ਉਹਨੂੰ ਵੀ 1 2 3 4 ਵਾਰਾਂ ਇਹਨੂੰ ਟਿਕਾ ਵਿੱਚ ਬੈਠ ਕੇ ਦੇਖਣਾ ਪਏਗਾ ਵੀ ਆਖਰ ਚੱਕਰ ਖੱਟ ਭੇਦੇ ਕੀ ਹੈ। ਚੱਕਰ ਦਾ ਭਾਵ ਸਪਸ਼ਟ ਹੈ, ਖੱਟ ਨਾਮ ਛੇਦ ਆ, ਭੇਦੇ ਕਹਿੰਦੇ ਵਿੰਨਣਾ। ਇਹ ਯੋਗ ਮਤ ਹੈ। ਇਹ ਪ੍ਰਾਣਾਯਾਮ ਕਰਦਿਆਂ ਕਰਦਿਆਂ ਆਪਣੇ ਪ੍ਰਾਣਾ ਨੂੰ ਨਾ ਸਾਧ ਸੰਗਤ 6 ਜਗ੍ਹਾ ਦੇ ਉੱਤੇ ਕੇਂਦਰਿਤ ਕਰਦੇ।
ਉਹ ਹੇਠੋਂ ਜਿੱਥੋਂ ਰੀੜ੍ਹ ਦੀ ਹੱਡੀ ਸ਼ੁਰੂ ਹੁੰਦੀ ਹੈ ਮਣਕੇ ਤੋਂ, ਉਥੋਂ ਲੈ ਕੇ ਦਸਮ ਦੁਆਰ ਤੱਕ ਉਹ 6 ਹਿੱਸਿਆਂ ਤੇ ਇਹਨੂੰ ਵੰਡਦੇ ਨੇ। ਜੋ 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਦਾ ਬਚਨ ਤੁਸੀਂ ਪੜ੍ਹਦੇ ਹੋ। ਇਸ ਤਰ੍ਹਾਂ ਇਹ 2 ਗੁਪਤਾਂਗ, ਫਿਰ ਧੁੰਨੀ, ਫਿਰ ਹਿਰਦਾ ਤੇ ਫਿਰ ਉੱਪਰ ਉਹ ਚਿਤਾਕਸ਼ ਨੂੰ, ਇਹਨੂੰ 6ਵੀਂ ਜਗ੍ਹਾ ਮੰਨਦੇ। ਪਰ ਸਿੱਖ ਨੇ ਇਹਨਾਂ ਪ੍ਰਾਣਾਯਾਮ ਦੇ ਹਵਾ, ਉਹ ਕੀ ਕਰਦੇ, ਪ੍ਰਾਣਾ ਨੂੰ ਨਾ ਫਿਰ ਸਾਰੇ ਚੱਕਰਾਂ ਦੇ ਵਿੱਚੋਂ ਦੀ ਗੁਜ਼ਾਰ ਕੇ ਤੇ ਇਹਨੂੰ ਫਿਰ ਚਿਤਾਕਸ਼ ਦੇ ਵਿੱਚ ਟਿਕਾ ਦਿੰਦੇ। ਜਿਹੜਾ ਕਹਿੰਦੇ ਨਾ ਵੀ ਬੜੀ ਲੰਬੀ ਉਮਰ ਦਾ ਜੋਗੀ ਮਿਲਿਆ, ਉਹ ਘੜੇ ਵਿੱਚੋਂ ਨਿਕਲਿਆ, ਤੇ ਉਹ ਇਦਾਂ ਉਦਾਂ ਫਿਰ ਅਸੀਂ ਕਈ ਵਾਰ ਸ਼ੰਕਾ ਕਰਨੇ ਆ ਵੀ ਇਹ ਤੇ ਭਾਈ ਸੰਤੋਖ ਸਿੰਘ ਨੇ ਉਂਝ ਹੀ ਲਿਖ ਦਿੱਤਾ, ਇੰਨੀ ਉਮਰ ਤੇ ਕਿਸੇ ਦੀ ਹੋ ਨਹੀਂ ਸਕਦੀ। ਦੇਖੋ, ਉਮਰ ਦੇ ਮਾਮਲੇ 'ਚ ਇੱਕ ਗੱਲ ਸਮਝਣਾ, ਅਸੀਂ ਉੱਥੇ ਸਾਲ ਨਹੀਂ ਲਿਖਵਾ ਕੇ ਆਉਂਦੇ। ਥੋੜਾ ਜਿਹਾ ਇਹਨੂੰ ਸੁਰਤ ਨਾਲ ਸੁਣਨਾ ਔਰ ਵਿਸ਼ਵਾਸ ਕਰਨਾ। ਅਸੀਂ ਪ੍ਰਮਾਤਮਾ ਕੋਲੋਂ ਸਵਾਸ ਲੈ ਕੇ ਆਉਂਦੇ ਆ, ਸਵਾਸ ਲੈ ਕੇ, ਔਰ ਉਹ ਸਵਾਸ ਤੁਸੀਂ ਕਾਹਲੀ ਕਾਹਲੀ ਲੈਣੇ ਨੇ ਕਿ ਆਹਿਸਤਾ ਆਹਿਸਤਾ ਲੈਣੇ, ਇਹ ਡਿਪੈਂਡ ਕਰਦਾ ਸਾਡੇ ਤੇ। ਸਾਡੀ ਉਮਰ ਦੇ ਮਹੀਨੇ ਵੱਧ ਸਕਦੇ ਨੇ, ਸਾਲ ਵੱਧ ਸਕਦੇ ਨੇ, ਦਹਾਕੇ ਵੱਧ ਸਕਦੇ ਨੇ, ਈਵਨ ਸਦੀਆਂ ਤੱਕ ਵੱਧ ਸਕਦੀਆਂ। ਇਹਦੇ ਤੇ ਸ਼ੰਕਾ ਨਾ ਕਰਿਓ। ਅੱਜ ਵੀ ਤੁਹਾਨੂੰ ਰੂਹੇ ਜ਼ਮੀਨ ਤੇ ਕਈ 100 ਸਾਲ ਉਮਰ ਦੇ ਲੋਕ ਜਿਹੜੇ ਨੇ ਉਹ ਮਿਲ ਜਾਣਗੇ, ਜਿਨ੍ਹਾਂ ਨੂੰ ਪ੍ਰਾਣ ਦਸਮ ਦੁਆਰ ਵਿੱਚ ਚੜਾਉਣ ਦਾ ਵੱਲ ਆ ਗਿਆ। ਪਰ ਗੁਰਮਤਿ ਨੇ ਇਹਨੂੰ ਕੰਡੈਮ ਕਿਉਂ ਕੀਤਾ, ਇਹ ਵੀ ਗੱਲ ਸਮਝਣ ਵਾਲੀ। ਮਹਾਰਾਜ ਕਹਿੰਦੇ ਵੀ ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਤੇਰੀ 4 ਯੁਗ ਉਮਰ ਹੋ ਜਾਏ, ਔਰ 4 ਨੂੰ ਫਿਰ 10 ਨਾਲ ਗੁਣਾ ਕਰ ਲੈ, 4 ਗੁਣਾ 10 ਬਰਾਬਰ 40 ਯੁਗ। ਫਾਰ ਐਗਜ਼ਾਮਪਲ, ਤੇਰੀ 40 ਯੁਗ ਦੀ ਉਮਰ ਹੋ ਜਾਏ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਦੂਜੀ ਗੱਲ ਨਵਾਂ ਖੰਡਾਂ ਵਿੱਚ ਜਾਣੀਏ, ਤੇ ਤੀਜੀ ਗੱਲ ਨਾਲ ਚੱਲੇ। ਅਸੀਂ ਲੰਬਾ ਜਿਉਣਾ ਚਾਹੁੰਦੇ ਆ, ਮਸ਼ਹੂਰ ਹੋਣਾ ਚਾਹੁੰਦੇ ਆ, ਲੋਕ ਸਾਡੇ ਪਿੱਛੇ ਪਿੱਛੇ ਤੁਰਨ, ਇਹ ਅਸੀਂ ਚਾਹੁੰਦੇ ਆ। 40 ਯੁੱਗ ਦੀ ਉਮਰ ਵੀ ਹੋ ਜਾਏ, ਮਸ਼ਹੂਰੀ ਪੂਰੀ ਗਲੋਬਲ ਤੇ ਹੋ ਜਾਏ, ਔਰ ਸਾਰੇ ਤੇਰੇ ਪਿੱਛੇ ਪਿੱਛੇ ਵੀ ਤੁਰਨ, ਨਾਲ ਚੱਲੇ ਸਭ ਕੋਈ। ਤੇਰਾ ਜ਼ਿਕਰ ਹੋਵੇ ਪਰ ਖਲਨਾਇਕ ਕਰਕੇ ਨਹੀਂ, ਨਾਇਕ ਕਰਕੇ ਹੋਵੇ। ਤੈਨੂੰ ਲੋਕੀ ਚੰਗਾ ਚੰਗਾ ਵੀ ਕਹਿਣ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। ਹੁਣ ਤੋੜਾ ਕਿੱਥੇ ਝਾੜਦੇ ਨੇ? ਹਜ਼ੂਰ ਕਹਿੰਦੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਹੁਣ 40 ਯੁੱਗ ਦੀ ਉਮਰ ਲੈ ਕੇ ਵੀ ਜੇ ਆ ਕੰਮ ਨਹੀਂ ਕੀਤਾ ਤੇ ਹਜ਼ੂਰ ਕਹਿੰਦੇ ਫਿਰ ਲਾਭ ਕੀ ਹੋਇਆ? ਤੂੰ 40 ਸਾਲ ਢੰਗ ਨਾਲ ਜੀ ਜਾਂਦਾ ਤੇ 40 ਯੁੱਗਾਂ ਨਾਲੋਂ ਵੀ ਬੈਟਰ ਸਾ। ਇਸ ਵਾਸਤੇ ਇਸ ਗੱਲ ਤੇ ਜ਼ੋਰ ਨਹੀਂ ਦਿੱਤਾ ਵੀ ਤੁਸੀਂ ਪ੍ਰਾਣਾਯਾਮ ਕਰਕੇ ਇਦਾਂ ਕਰ ਲਓ। ਪਰ ਐਸਾ ਅਨੁਭਵੀ ਪੁਰਸ਼ ਕਹਿੰਦੇ ਨੇ ਬਈ ਪ੍ਰਾਣਾ ਨੂੰ ਰੋਕ ਕੇ ਇਸ ਪੀਰੀਅਡ ਨੂੰ ਖਿੱਚਿਆ ਜਾ ਸਕਦਾ ਹੈ। ਇਹ ਫਿਰ ਕੀ ਕਰਦੇ? ਇਹ ਪ੍ਰਾਣਾ ਨੂੰ ਦਸਮ ਦੁਆਰ ਵਿੱਚ ਰੋਕ ਲੈਂਦੇ ਆਪਣੀ ਮਰਜ਼ੀ ਨਾਲ। ਤੁਸੀਂ ਦੇਖਿਆ ਕੋਈ ਵਿਅਕਤੀ ਕੌਮਾ 'ਚ ਚਲਾ ਜਾਏ, ਮੰਨ ਲਿਆ ਵੀ ਕੋਈ 15 ਸਾਲ ਦਾ ਬੱਚਾ ਕੌਮਾ ਚਲਾ ਗਿਆ, 10 ਸਾਲ ਕੌਮਾ 'ਚ ਰਿਹਾ ਤੇ 25 ਸਾਲ ਦਾ ਹੋ ਗਿਆ, ਪਰ ਉਹਦੀ ਬਾਡੀ ਤੁਹਾਨੂੰ 15 ਸਾਲ ਦੀ ਲੱਗੇਗੀ, ਵਿਕਸਿਤ ਨਹੀਂ ਹੋਵੇ, ਨਾ ਦਿਮਾਗ ਵਿਕਾਸ ਕਰੇਗਾ ਨਾ ਸਰੀਰ ਵਿਕਾਸ, ਉਹ ਰੁਕ ਜਾਏਗਾ ਉੱਥੇ ਨਾਲ। ਕੁਝ ਪ੍ਰਾਣਾਯਾਮ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਹੈ, ਇਹ ਉਹਨੂੰ ਉੱਥੇ ਰੋਕ ਲੈਂਦੇ ਨੇ। ਖੈਰ, ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਉਲਟਤ ਪਵਨ, ਹੁਣ ਮੇਰਾ ਮਨ ਉਲਟ ਗਿਆ, ਚੱਕਰ ਖੱਟ ਭੇਦੇ। ਇਹ ਜਿਹੜੇ ਖੱਟ ਚੱਕਰ ਨੇ, ਗੁੱਦਾ, ਗੁਪਤਾਂਗ, ਧੁੰਨੀ, ਹਿਰਦਾ ਤੇ ਫਿਰ ਦਸਮ ਦੁਆਰ, ਇਹਨੂੰ ਹੀ ਮੰਨਦੇ ਨੇ ਦਸਮ ਦੁਆਰ। ਦਸਮ ਦੁਆਰ ਦਾ ਟਿਕਾਣਾ ਕਿਤੇ ਗਰਦਨ ਤੋਂ ਥੱਲੇ ਨਹੀਂ ਮੰਨਿਆ ਗਿਆ, ਕਿਸੇ ਵੀ ਧਰਮ ਨੇ ਨਹੀਂ ਮੰਨਿਆ। ਇਹ ਗਰਦਨ ਤੋਂ ਉੱਪਰ ਦਿਮਾਗ ਨੂੰ ਮੰਨਿਆ।
ਔਰ ਇਹ 6 ਚੱਕਰਾਂ ਨੂੰ ਭੇਦ ਕੇ ਵਿੰਨ ਕੇ ਜੋਗੀ ਇੱਥੇ ਆਪਣਾ ਧਿਆਨ ਟਿਕਾ ਲੈਂਦੇ ਨੇ, ਸੁਰਤ ਨੂੰ ਟਿਕਾ ਲੈਂਦੇ ਨੇ, ਪੌਣ ਨੂੰ ਸ਼ੁੱਧ ਕਰਕੇ ਇੱਥੇ ਟਿਕਾ ਲੈਂਦੇ ਨੇ। ਔਰ ਜਿਸ ਤਰ੍ਹਾਂ ਜੋਗੀ ਇਸ ਤਰ੍ਹਾਂ ਕਰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ ਹੁਣ ਮੇਰਾ ਵੀ ਮਨ ਜਿਹੜਾ ਹੈ ਪਵਨ ਵਰਗਾ ਉਹ ਉਲਟ ਗਿਆ ਤੇ ਸੁਰਤ ਸੁਨ ਅਨਰਾਗੀ, ਮੇਰੀ ਸੁਰਤ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਪਿਆਰ ਜਾਗ ਪਿਆ। ਕਿਹਦੇ ਪ੍ਰਤੀ? ਆਵੇ ਨਾ ਜਾਏ, ਮਰੇ ਨਾ ਜੀਵੇ, ਜਿਹੜਾ ਨਾ ਆਉਂਦਾ ਹੈ ਨਾ ਜਾਂਦਾ, ਨਾ ਜੰਮਦਾ ਨਾ ਮਰਦਾ। ਹੁਣ ਇਹਨੂੰ ਥੋੜਾ ਜਿਹਾ ਸਮਝਿਆ। ਇੱਕ ਥਾਂ ਤੇ ਨਹੀਂ, ਕੌਮ ਦੇ ਵਾਰਸੋ ਬੜਿਆਂ ਥਾਵਾਂ ਤੇ ਲਿਖਿਆ ਵੀ ਪਰਮਾਤਮਾ ਨਾ ਆਉਂਦਾ ਹੈ ਨਾ ਜਾਂਦਾ ਹੈ, ਨਾ ਜੰਮਦਾ ਨਾ ਮਰਦਾ। ਫਿਰ ਅਸੀਂ ਭੁੱਲ ਜਾਂਦੇ ਹਾਂ ਵੀ ਕੋਈ ਵਿਅਕਤੀ ਥੋੜਾ ਜਿਹਾ ਧਾਰਮਿਕ ਪਾਸੇ ਤੁਰੇ, ਉਹਦੇ ਸੇਵਕ ਥੋੜਾ ਵੱਡੀ ਗਿਣਤੀ ਚ ਹੋ ਜਾਣ, ਜੇ ਅਮੀਰ ਹੋ ਜਾਣ ਤੇ ਹੋਰ ਵੀ ਛੇਤੀ ਛੇਤੀ ਹਾਈਲਾਈਟ ਹੁੰਦਾ ਹੈ। ਫਿਰ ਕਦੀ ਕਦੀ ਅਸੀਂ ਕਹਿੰਦੇ ਹਾਂ ਵੀ ਪਖੰਡ ਤੇ ਬੜਾ ਹੈ ਜੀ, ਅਸੀਂ ਭੂਮਿਕਾ ਏਦਾਂ ਮੰਨੇ, ਪਖੰਡ ਤੇ ਬਹੁਤ ਹੈ, ਪਰ ਜਿਹੜੇ ਸਾਡੇ ਬਾਬਾ ਜੀ ਨੇ ਨਾ, ਉਹ ਤੇ ਨਿਰੇ ਪ੍ਰਮਾਤਮਾ ਦਾ ਹੀ ਰੂਪ। ਵੀ ਤੇਰਾ ਬਾਬਾ ਪ੍ਰਮਾਤਮਾ ਕਿੱਥੋਂ ਹੋ ਗਿਆ? ਪ੍ਰਮਾਤਮਾ ਤੇ ਜੰਮਦਾ ਹੀ ਨਹੀਂਗਾ, ਪ੍ਰਮਾਤਮਾ ਤੇ ਜਨਮ ਲੈਂਦਾ ਹੀ ਨਹੀਂਗਾ, ਪ੍ਰਮਾਤਮਾ ਤੇ ਆਉਂਦਾ ਹੀ ਨਹੀਂ। ਤੇਰਾ ਬਾਬਾ ਕਿਵੇਂ ਰੱਬ ਬਣ ਕੇ ਆ ਗਿਆ? ਕਿਵੇਂ ਉਹਨੇ ਜਨਮ ਲੈ ਲਿਆ? ਵੇਖੋ, ਉਹ ਸਾਡੇ ਨਾਲੋਂ ਬੈਟਰ ਹੋ ਸਕਦਾ ਹੈ, ਪਰ ਜਿਹਨੇ ਜਨਮ ਲੈ ਲਿਆ, ਧਰਤੀ ਤੇ ਜਨਮ ਲੈ ਕੇ ਆਇਆ, ਉਹ ਹੋਰ ਜੋ ਮਰਜ਼ੀ ਹੋਵੇ, ਉਹ ਰੱਬ ਨਹੀਂ ਹੋ ਸਕਦਾ। ਇਹ ਗੁਰਮਤਿ ਦਾ 2 ਹਰਫੀ ਫੈਸਲਾ ਹੈ। ਅਸੀਂ ਫਿਰ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਹਾਂ। ਇਸ ਵਾਸਤੇ ਤਾਸ ਖੋਜ ਬੈਰਾਗੀ, ਜਿਹੜਾ ਨਾ ਆਉਂਦਾ ਹੈ ਨਾ ਜਾਂਦਾ ਹੈ ਨਾ ਜੰਮਦਾ ਹੈ ਨਾ ਮਰਦਾ ਹੈ, ਉਹਦੀ ਖੋਜ ਕਰ। ਹੁਣ ਉਹਦੀ ਖੋਜ ਕਰਨ ਦੀ ਸਾਨੂੰ ਭਗਤ ਕਬੀਰ ਸਾਹਿਬ ਨੇ ਪ੍ਰੇਰਨਾ ਕੀਤੀ। ਅੱਜ ਦੇ ਯੁੱਗ ਵਿੱਚ ਖੋਜ ਬਹੁਤ ਹੈ, ਇਤਨੀ ਖੋਜ ਹੈ ਵੀ ਸਾਡੇ ਤੁਹਾਡੇ ਵਰਗੇ ਸਧਾਰਨ ਲੋਕਾਂ ਨੂੰ ਪਤਾ ਹੀ ਨਹੀਂਗਾ। ਬੜੀ ਦੂਰ ਤੱਕ ਬ੍ਰਹਿਮੰਡ ਵਿੱਚ ਖੋਜ ਕੀਤੀ ਜਾ ਚੁੱਕੀ ਹੈ। ਇੱਥੋਂ ਤੱਕ ਪ੍ਰਿਥਵੀ ਵਿੱਚ ਵੱਡੀਆਂ ਵੱਡੀਆਂ ਪਾਵਰਫੁਲ ਮਸ਼ੀਨਾਂ ਦੇ ਨਾਲ ਜਗ੍ਹਾ ਜਗ੍ਹਾ ਸਰਾਖ ਮਾਰ ਕੇ ਹੇਠਾਂ ਤੱਕ ਜਾ ਕੇ ਵੇਖਿਆ ਜਾਂਦਾ ਵੀ ਕਿਸ ਤਰ੍ਹਾਂ ਦਾ ਵਾਤਾਵਰਨ ਹੈ। ਬਹੁਤ ਉੱਪਰ ਜਿਹੜੇ ਸਾਇੰਟਿਸਟ ਨੇ, ਉਹ ਜੋਖਮ ਲੈ ਕੇ, ਰਿਸਕ ਲੈ ਕੇ ਜਾਂਦੇ ਨੇ ਖੋਜ ਕਰਨ ਵਾਸਤੇ, ਕਦੀ ਜੁਪੀਟਰ ਤੇ, ਕਦੀ ਮੰਗਲ ਤੇ, ਕਦੀ ਉਹ ਸਾਧ ਸੰਗਤ ਚੰਦਰਮਾ ਤੇ, ਕਦੀ ਕਿਸੇ ਹੋਰ ਗ੍ਰਹਿ ਤੇ, ਉਪਗ੍ਰਹਿ ਤੇ ਖੋਜ ਦੀ ਅੱਤ ਕਰ ਦਿੱਤੀ ਹੈ। ਔਰ ਕੋਈ ਬੁਰੀ ਗੱਲ ਨਹੀਂ, ਇਹਨਾਂ ਦੀ ਖੋਜ ਕਾਰਨ ਅਸੀਂ ਕਈ ਮਹੀਨਿਆਂ ਦਾ ਸਫ਼ਰ ਪਲੇਨ ਤੇ ਬੈਠ ਕੇ ਕੁਝ ਘੰਟਿਆਂ ਵਿੱਚ ਹੀ ਕਰ ਲੈਂਦੇ। ਜਿਹੜਾ ਸਫ਼ਰ ਬੜਾ ਬਾਮੁਸ਼ੱਕਤ ਹੁੰਦਾ ਸੀ, ਖਤਰੇ ਨਾਲ ਭਰਿਆ ਹੁੰਦਾ ਸੀ, ਰਸਤੇ ਵਿੱਚ ਜੰਗਲੀ ਜਾਨਵਰ ਨੇ, ਗਰਮੀ ਸਰਦੀ ਹੈ, ਦਰਿਆ ਨੇ, ਜੰਗਲ ਨੇ, ਉਹ ਸਫ਼ਰ ਨੂੰ ਅਸੀਂ ਜਹਾਜ਼ ਰਾਹੀਂ ਉੱਤੋਂ ਉੱਡ ਕੇ ਘੰਟਿਆਂ ਵਿੱਚ ਤੈਅ ਕਰ ਲੈਂਦੇ ਹਾਂ। ਔਰ ਘਰ ਨਾਲੋਂ ਵੀ ਬੈਟਰ ਵਾਤਾਵਰਨ, ਉੱਥੇ ਤੁਹਾਨੂੰ ਹਰ ਕਿਸਮ ਦੀ ਵਸਤੂ, ਖਾਣ ਪੀਣ ਦੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ। ਇਹ ਸਾਇੰਸਦਾਨਾਂ ਦੀ ਖੋਜ ਕਰਕੇ ਸੰਭਵ ਹੋਇਆ ਹੈ। ਇਹ ਕੋਈ ਮਾੜੀ ਗੱਲ, ਬੁਰੀ ਗੱਲ ਨਹੀਂ। ਬਹੁਤ ਲੰਬੀ ਚੌੜੀ ਖੋਜ ਹੋਈ ਹੈ ਔਰ ਲਗਾਤਾਰ ਹੋ ਰਹੀ ਹੈ। ਇੱਥੋਂ ਤੱਕ ਸਾਧ ਸੰਗਤ ਵੀ ਬਹੁਤ ਸਾਰੀਆਂ ਸਾਇੰਸਦਾਨਾਂ ਨੇ ਡੈੱਡ ਬੋਡੀਆਂ ਮਸਾਲੇ ਲਾ ਕੇ ਰੱਖੀਆਂ ਹੋਈਆਂ ਨੇ, ਜਿਹਦੇ ਨਾਲ ਡੈੱਡ ਬੋਡੀ ਨੂੰ ਕੋਈ ਨੁਕਸਾਨ ਨਾ ਹੋਵੇ। ਉਹ ਕਹਿੰਦੇ ਨੇ ਸਾਡਾ ਯਕੀਨ ਹੈ ਅਸੀਂ ਇਹਨੂੰ ਮੁੜ ਜੀਵਤ ਕਰਾਂਗੇ। ਇਹ ਵੀ ਮੈਂ ਆਪ ਜੀ ਨੂੰ ਅਰਜ਼ ਕਰਦੇ ਹਾਂ, ਡੈੱਡ ਬੋਡੀਜ਼ ਰੱਖੀਆਂ ਹੋਈਆਂ ਨੇ, ਅਸੀਂ ਇਹਨਾਂ ਨੂੰ ਮੁੜ ਜਿੰਦਾ ਕਰਾਂਗੇ। ਇਸ ਤਰ੍ਹਾਂ ਦੀ ਵੀ ਖੋਜ ਹੋ ਰਹੀ ਹੈ। ਪਰ ਹੁਣ ਜਿਹੜੀ ਅੱਜ ਸਾਨੂੰ ਖੋਜ ਕਰਨ ਦਾ ਹੁਕਮ ਹੈ, ਉਹ ਖੋਜ ਥੋੜੀ ਜਿਹੀ ਹਟ ਕੇ ਹੈ। ਉਹ ਕੀ ਹੈ? ਉਹ ਖੋਜ ਅੰਤਰਮੁਖੀ ਹੈ। ਭੂਗੋਲਕ ਪੱਖੋਂ ਬੜੀ ਖੋਜ ਹੋਈ ਹੈ, ਖਗੋਲ ਪੱਖੋਂ ਬੜੀ ਖੋਜ ਹੋਈ ਹੈ, ਪਲੇਸ ਵਿੱਚ ਖੋਜ ਹੋਈ ਹੈ, ਗਲੋਬਲ ਦੇ ਉੱਤੇ ਬੜੀ ਖੋਜ ਹੋਈ ਹੈ, ਸਮੁੰਦਰ ਦੇ ਵਿੱਚ ਉਤਰ ਕੇ ਬੜੀ ਖੋਜ ਹੋਈ ਹੈ। ਚੰਗੀ ਗੱਲ, ਮੈਂ ਉਹਨੂੰ ਬੁਰੀ ਜਾਂ ਕੰਡੈਮ ਨਹੀਂ ਕਰਦਾ। ਪਰ ਅੱਜ ਕਬੀਰ ਸਾਹਿਬ ਜੋ ਕਹਿ ਰਹੇ ਨੇ, ਮੈਂ ਉਹਨੂੰ ਐਕਸਪਲੇਨ ਕਰਨਾ ਹੈ।
ਕਹਿੰਦੇ ਨੇ ਉਹ ਜਿਹੜਾ ਨਾ ਆਉਂਦਾ ਹੈ, ਨਾ ਜਾਂਦਾ ਹੈ, ਨਾ ਜੰਮਦਾ ਹੈ, ਨਾ ਮਰਦਾ ਹੈ, ਤੂੰ ਉਹਦੀ ਖੋਜ ਕਰ। ਹੁਣ ਉਹ ਕਿੱਥੇ ਹੈ ਜੀ? ਉਹ ਤੇ ਵਿਆਪਕ ਹੈ, ਪੂਰੇ ਬ੍ਰਹਿਮੰਡ ਵਿੱਚ ਹੈ, ਪਰ ਉਹ ਸਾਡੇ ਅੰਦਰ ਵੀ ਹੈ। ਇੱਕ ਸ਼ਬਦ ਭਗਤ ਪੀਪਾ ਜੀ ਦਾ ਅੰਮ੍ਰਿਤ ਬਾਣੀ ਵਿੱਚ, ਜਿਹਦੇ ਵਿੱਚ ਭਗਤ ਜੀ ਉਚਾਰਨ ਕਰਦੇ ਨੇ, ਕਾਇਓ ਦੇਵਲ ਕਾਇਓ ਦੇਵਾ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ। ਜਿਹੜੀ ਸਾਡੀ ਕਾਇਆ ਹੈ ਨਾ, ਸਰੀਰ ਹੈ, ਬਾਡੀ ਹੈ, ਇਸ ਬਾਡੀ ਨੂੰ ਭਗਤ ਪੀਪਾ ਜੀ ਬਹੁਤ ਅਹਿਮੀਅਤ ਦਿੰਦੇ ਨੇ। ਉਹ ਕਹਿੰਦੇ ਨੇ, ਭਲਿਓ ਇਹ ਕਾਇਆ ਹੀ ਮੇਰੇ ਵਾਸਤੇ ਦੇਵਤਾ ਹੈ, ਔਰ ਕਾਇਆ ਹੀ ਮੇਰੇ ਵਾਸਤੇ ਉਹ ਜਗ੍ਹਾ ਹੈ ਜਿੱਥੇ ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ। ਕਾਇਓ ਦੇਵਲ ਕਾਇਓ ਦੇਵਾ ਕਾਇਓ ਜੰਗਮ ਜਾਤੀ, ਮੇਰੇ ਵਾਸਤੇ ਮੇਰੀ ਕਾਇਆ ਹੀ ਜੰਗਮ ਹੈ। ਜੰਗਮ ਤੁਸੀਂ ਵੇਖੇ ਹੋਣਗੇ, ਉਹ ਜਿਹੜੇ ਇੰਜ ਟੱਲੀਆਂ ਜੀਆਂ ਪਕੜ ਕੇ ਸਿਰ ਦੇ ਉੱਤੇ ਇੱਕ ਉੱਪਰ ਨੂੰ ਖੰਭ ਜਿਹਾ ਲਾਇਆ ਹੁੰਦਾ, ਪਰ ਉਹ ਟਿਕ ਕੇ ਖੜਦੇ ਨਹੀਂ, ਥੋੜੇ ਜਿਹੇ ਅੱਗੇ ਪਿੱਛੇ, ਔਰ ਇੰਜ ਟੱਲੀ ਖੜਕਾਉਂਦੇ ਰਹਿੰਦੇ। ਦੁਕਾਨਾਂ ਤੇ ਉਹ ਭਿੱਖਿਆ ਲੈਣ ਵਾਸਤੇ ਆਉਂਦੇ। ਤੋ ਮੈਨੂੰ ਐਸਾ ਭੇਸ ਧਾਰਨ ਦੀ ਨਹੀਂ ਲੋੜ, ਮੈਂ ਆਪਣੀ ਕਾਇਆ ਨੂੰ ਸਮਝ ਲਿਆ, ਮੈਂ ਆਪਣੀ ਕਾਇਆ ਨੂੰ ਖੋਜਣਾ ਵਾ, ਇਸ ਲਈ ਉਹਨੂੰ ਬੈਰੂਨੀ ਤੌਰ ਤੇ ਇਹ ਖਲਜਗਨ ਕਰਨ ਦੀ ਲੋੜ ਨਹੀਂ। ਕਾਇਓ ਧੂਪ ਦੀਪ ਨਹੀਂ ਬੇਦਾ, ਲੋਕ ਰੱਬ ਦੀ ਪ੍ਰਾਪਤੀ ਲਈ ਧੂਪ ਵੀ ਦਿਖਾਉਂਦੇ ਨੇ, ਲੋਕ ਭੋਗ ਵੀ ਲਗਾਉਂਦੇ ਨੇ, ਨਹੀਂ ਬੇਦਾ ਇਤਿਆਦਿਕ ਵੀ ਕਰਦੇ ਨੇ, ਹੋਰ ਵੀ ਕਰਮ ਕਰਦੇ ਨੇ। ਮੈਂ ਕੁਛ ਨਹੀਂ ਕਰਦਾ, ਮੈਂ ਇਹਨਾਂ ਦੀ ਥਾਂ ਤੇ ਆਪਣੀ ਕਾਇਆ ਦੀ ਖੋਜ ਕਰਨਾ ਵਾ। ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ, ਪੱਤੇ ਫੁੱਲ ਤੋੜ ਕੇ ਰੱਖਦੇ ਨੇ, ਮੈਂ ਉਹ ਵੀ ਨਹੀਂ ਤੋੜਦਾ, ਉਹਦੀ ਥਾਂ ਤੇ ਵੀ ਮੈਂ ਇਹ ਕੋਸ਼ਿਸ਼ ਕਰਨਾ ਵਾ ਬੈਠ ਕੇ ਨਿਰਵਿਚਾਰ ਹੋਣ ਦੀ, ਔਰ ਆਪਣੇ ਆਪ ਨੂੰ ਕੇਅਰ ਕਰਨਾ ਵੀ ਮੇਰੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਆ ਰਹੇ ਨੇ, ਕਿਸ ਤਰ੍ਹਾਂ ਦੇ ਵਿਚਾਰ ਜਾ ਰਹੇ ਨੇ। ਬਸ ਮੈਂ ਆਪਣੇ ਆਪ ਨੂੰ ਕੇਅਰ ਕਰਦਾ। ਸਮਾਜ ਤੇ ਦੂਜਿਆਂ ਨੂੰ ਕੇਅਰ ਕਰਦਾ, ਫਲਾਣਾ ਉੱਤੇ ਖੜਾ ਸੀ, ਫਲਾਣਾ ਏਦਾਂ ਦੇਖ ਰਿਹਾ ਸੀ, ਫਲਾਣਾ ਏਦਾਂ ਕਰ ਰਿਹਾ ਸੀ। ਸਾਡੀ ਸਾਰੀ એનર્ਜੀ ਇਸ ਪਾਸੇ ਲੱਗੀ ਹੋਈ। ਇਦਾਂ ਦਾ ਦੌਰ ਆ ਗਿਆ ਬਈ ਮਨੁੱਖ ਇਤਨਾ ਬੇਸ਼ਕੀਮਤੀ ਜ਼ਿੰਦਗੀ ਜਿਹੜੀ ਏ ਉਹ ਦੂਜਿਆਂ ਨੂੰ ਕੇਅਰ ਕਰਨ ਦੇ ਉੱਤੇ ਖਰਚ ਕਰ ਰਿਹਾ। ਆਪਣੀ ਕੋਈ ਖਬਰ ਨਹੀਂ ਵੀ ਮੈਂ ਕੀ ਕਰ ਰਿਹਾ ਹਾਂ, ਮੇਰੇ ਅੰਤਸ਼ਕਰਨ ਵਿੱਚ ਕੀ ਚੱਲਦਾ ਹੈ, ਮੇਰੇ ਚਿੱਤਾਕਸ਼ ਵਿੱਚ ਕੀ ਚੱਲਦਾ ਹੈ। ਹਜ਼ੂਰ ਤੇ ਸਾਨੂੰ ਇਹ ਕਹਿੰਦੇ ਨੇ ਨਾ ਵੀ ਆਪਣੇ ਆਪ ਨੂੰ ਵਾਚ ਕਰ। ਖੈਰ, ਮੇਰੇ ਵਾਸਤੇ ਮੇਰੀ ਕਾਇਆ ਹੀ ਕਾਇਓ ਦੇਵਲ ਕਾਇਓ ਦੇਵਾ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਬਿਦ ਖੋਜ ਤੇ ਨਵਖੰਡ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ। ਹੁਣ ਅੱਗੇ ਕੀ ਕਹਿੰਦੇ ਨੇ ਭਗਤ ਪੀਪਾ ਸਾਹਿਬ ਮਹਾਰਾਜ? ਕਹਿੰਦੇ ਨੇ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਅਜੋਕੀ ਸਾਇੰਸ ਵੀ ਕਹਿੰਦੀ ਵੀ ਪੂਰਾ ਬ੍ਰਹਿਮੰਡ ਜਿਹੜਾ ਹੈ ਉਹ 5 ਤੱਤਾਂ ਦਾ ਬਣਿਆ, 6ਵਾਂ ਕੋਈ ਤੱਤ ਨਹੀਂ ਗਾ। ਜਾਂ ਤੇ ਇਹਦੇ ਵਿੱਚ ਪਾਣੀ ਹੈ, ਜਾਂ ਫਿਰ ਹਵਾ ਹੈ, ਆਕਾਸ਼ ਹੈ, ਅਗਨੀ ਹੈ। ਇਹ 5 ਤੱਤ ਨੇ। ਵਾਯੂ ਹੈ, ਪ੍ਰਿਥਵੀ ਹੈ, ਮਿੱਟੀ ਹੈ। ਇਸ ਤਰ੍ਹਾਂ ਦੀ ਮਿੱਟੀ, ਮਿਲਦੀ ਜੁਲਦੀ ਮਿੱਟੀ ਕਈਆਂ ਹੋਰਾਂ ਦਾ, ਤਾਂ ਹੀ ਉੱਥੇ ਜਾ ਕੇ ਆਪਣਾ ਵਾਯੂਯਾਨ ਰੋਕ ਕੇ ਥੱਲੇ ਉਤਰ ਕੇ ਖੋਜ ਕਰਦੇ ਨੇ। ਕਾਹਦੇ ਤੇ ਉਤਰਦੇ ਨੇ? ਧੂਏ ਤੇ ਥੋੜਾ ਉਤਰਦੇ, ਬੱਦਲਾਂ ਤੇ ਥੋੜਾ ਉਤਰਦੇ। ਆਖਰ ਠੋਸ ਜਗ੍ਹਾ ਹੈ ਜਿਹਦੇ ਉੱਤੇ ਉਤਰ ਕੇ ਫਿਰ ਇੱਧਰ ਉੱਧਰ ਵਿਚਰਦੇ। ਤਾਂ ਪੂਰਾ ਬ੍ਰਹਿਮੰਡ, ਅਜੋਕੀ ਸਾਇੰਸ ਜਿੱਥੋਂ ਤੱਕ ਪਹੁੰਚੀ ਹੈ ਉਹ ਕਹਿੰਦੀ ਪੂਰਾ ਬ੍ਰਹਿਮੰਡ 5 ਤੱਤਾਂ ਦਾ ਬਣਿਆ। ਪੀਪਾ ਜੀ ਕਹਿੰਦੇ ਨੇ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਇਸ ਬਾਡੀ ਨੂੰ ਲੈਬ ਵਿੱਚ ਲੈ ਜਾਓ, ਇਹ ਵੀ 5 ਤੱਤਾਂ ਦੀ, ਨਾ ਇਹ 4 ਦੀ ਹੈ ਨਾ ਇਹ 6 ਦੀ, 5 ਹੀ ਤੱਤ ਨੇ। ਲਿਹਾਜ਼ਾ ਬਿਲਕੁਲ ਇਸ ਤਰ੍ਹਾਂ ਲਾ ਲਓ ਵੀ ਜਿਹੜੀ ਤੁਸੀਂ ਕੱਪੜੇ ਸੁਕਾਉਣ ਵਾਸਤੇ ਤਾਰ ਟੰਗੀ ਏ, ਬਾਰਿਸ਼ ਪੈ ਕੇ ਹਟੀ ਏ, ਇੱਕ ਤੁਪਕਾ ਪਾਣੀ ਦਾ, ਬੂੰਦ ਪਾਣੀ ਦੀ ਉਹਦੇ ਨਾਲ ਲਟਕੀ ਹੋਈ ਏ। ਉਹ ਜਿਹੜੀ ਲਟਕੀ ਹੋਈ ਬੂੰਦ ਹੈ ਉਹਦੀ ਪਰਿਭਾਸ਼ਾ ਵੀ H2O ਹੈ,
ਔਰ ਜਿਹੜਾ 5 ਮੀਲ ਪੈਸੀਫਿਕ ਸਾਗਰ ਹੈ ਉਹਦੀ ਪਰਿਭਾਸ਼ਾ ਵੀ H2O ਹੈ। ਫਰਕ ਕੀ ਹੈ? ਵਿੱਤ ਦਾ ਫਰਕ ਹੈ। ਬੂੰਦ ਦੀ ਵਿੱਤ ਥੋੜੀ ਹੈ, ਸਾਗਰ ਦੀ ਵਿੱਤ ਜ਼ਿਆਦਾ ਹੈ। ਅਸਲਾ ਜ਼ਾਤ ਇੱਕੋ ਹੀ ਹੈ। ਬ੍ਰਹਿਮੰਡ ਬਹੁਤ ਵਿਸ਼ਾਲ ਹੈ, ਅਸੀਂ ਬਹੁਤ 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 ਪਾਉਣੇ ਆ, ਪਰ ਸਾਡੀ ਜ਼ਾਤ, ਸਾਡੀ ਪਰਿਭਾਸ਼ਾ, ਸਾਡਾ ਅਸਲਾ ਇੱਕੋ ਹੀ ਹੈ। ਇਸ ਲਈ ਜੇ ਤੂੰ ਆਪਣੇ ਆਪੇ ਦੀ ਖੋਜ ਕਰ ਲਈ ਤੇ ਤੂੰ ਸਾਰੀ ਖੋਜ ਕਰ ਲਈ। ਧਿਆਨ ਦੇ ਅੱਜ ਸਾਸ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਅਸੀਂ ਖੋਜ ਨਹੀਂ ਕਰਦੇ, ਕੀ ਕਰਨੇ ਆ? ਵਾਦ ਵਿਵਾਦ ਕਰਨੇ। ਕਥਾ ਕਰਨ ਲੱਗਿਆ ਇਹ ਭਾਵਨਾ ਲੈ ਕੇ ਬੈਠਣਾ ਕਿ ਮੈਂ ਕਥਾ ਦਾ ਸੰਗਤਾਂ ਤੇ ਪ੍ਰਭਾਵ ਪਾਣਾ। ਪ੍ਰਭਾਵ ਪੈ ਜਾਂਦਾ, ਹੋਰ ਕੁਝ ਵੀ ਨਹੀਂ ਹੁੰਦਾ। ਇਹ ਪ੍ਰਯੋਜਨ ਹੀ ਨਹੀਂ ਹੋਣਾ ਚਾਹੀਦਾ ਵੀ ਮੈਨੂੰ ਲੋਕੀ ਕਹਿਣ ਤੂੰ ਬਹੁਤ ਵਧੀਆ ਬੋਲਦਾ। ਪ੍ਰਯੋਜਨ ਗੁਰਬਾਣੀ ਨੂੰ ਸਮਝਣ ਸਮਝਾਉਣ ਦਾ ਹੋਣਾ ਚਾਹੀਦਾ। ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਬਵਾਂਗੇ ਪਿਆਰਿਓ, ਤੁਸੀਂ ਬਾਅਦ ਵਿੱਚ ਕਰ ਲਿਆ ਕਰੋ। ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਇਹਨਾਂ ਨੂੰ ਮਨਾ ਕਰੋ ਜੀ, ਇਹਨਾਂ ਨੂੰ ਰੋਜ਼ ਹਟਾਈਦਾ। ਤੇ ਪਿਆਰਿਓ ਇੱਧਰ ਆਓ, ਮੇਰੀ ਬੇਨਤੀ ਸੁਣੋ ਜਰਾ, ਇੱਧਰ ਆਓ। ਤੁਸੀਂ ਬੈਠ ਜਾਓ, ਬਾਅਦ ਵਿੱਚ ਸੇਵਾ ਕਰ ਲਿਆ। ਇੱਕ ਵਾਰੀ ਸਾਰੀ ਸੰਗਤ ਕਿਰਪਾ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਤਾਂ ਇਹ ਜ਼ਰੂਰਤ ਪਤਾ ਕੀ ਹੈ? ਬੁਰਾ ਨਾ ਮਨਾਇਆ ਜੀ। ਛੋਟੇ ਬੱਚੇ ਤੇ ਬਜ਼ੁਰਗ ਜਿਹੜੇ ਬੱਚਿਆਂ ਵਰਗੇ ਹੋ ਜਾਂਦੇ ਨੇ, ਉਹਨਾਂ ਨੂੰ ਘਰ ਸਮਝਾਇਆ ਕਰੋ। ਕਿਉਂਕਿ ਜਦੋਂ ਮਜਬੂਰਨ ਸਟੇਜ ਤੋਂ ਕਹਿਣਾ ਪੈਂਦਾ, ਫਿਰ ਕਈ ਵਾਰ ਅਸੀਂ ਮਾਈਂਡ ਵਿਗਿਆਨੀ ਜੀ ਤੁਸੀਂ ਉੱਥੋਂ ਨਹੀਂ ਸੀ ਕਹਿਣਾ, ਫਿਰ ਕਿੱਥੋਂ ਕਹੀਏ ਜੀ? ਨਾ ਗਿਆਨੀ ਨੂੰ ਉਹ ਲੱਭਣਾ, ਨਾ ਉਹਨੂੰ ਗਿਆਨੀ ਲੱਭਣਾ 8:30 ਵਜੇ ਤੋਂ ਬਾਅਦ। ਤੋ ਇਸ ਵਾਸਤੇ ਇਹ ਥੋੜਾ ਸਹਿਯੋਗ ਤੁਸੀਂ ਸਾਰੇ ਬਖਸ਼ਿਸ਼ ਕਰੋ, ਤਾਂ ਵਾਤਾਵਰਨ ਬਣਦਾ ਹੈ। ਵਕਤਾ ਕਿੰਨਾ ਮਰਜ਼ੀ ਪਰਫੈਕਟ ਹੋਵੇ, ਉਹ ਇਕੱਲਾ ਕੁਝ ਨਹੀਂ ਕਰ ਸਕਦਾ ਜੇ ਆਡੀਅנס ਦਾ ਸਹਿਯੋਗ ਨਾ ਹੋਵੇ। ਹੁਣ ਮੈਂ ਇੱਕ ਬੇਨਤੀ ਇੱਥੇ ਦੁਹਰਾਈ ਤੋਂ ਖਿਮਾ ਮੰਗ ਲਵਾਂ, ਇੱਕ ਬੇਨਤੀ ਮੈਂ ਕਰ ਦਿਆਂ ਜਿਹੜੀ ਮੈਂ ਅਕਸਰ ਕਰਨਾ ਵਾ, ਸ਼ਾਇਦ ਕਿਸੇ ਤੇ ਅਸਰ ਹੋ ਜਾਏ। ਭਲੇ ਸਮੇਂ ਸਨ ਮਾਸਟਰ ਟੀਚਰ ਸਾਈਕਲ ਤੇ ਆਉਂਦਾ ਹੁੰਦਾ ਸੀ ਪੜ੍ਹਾਉਣ ਵਾਸਤੇ। ਇੱਕ ਬੱਚਾ ਅਕਲਵਾਂਡੀ ਜਾ ਕੇ ਨਮਸਤੇ ਸਰ, ਉਹਨੇ ਕਹਿਣਾ ਨਮਸਤੇ, ਸਾਈਕਲ ਪਕੜ ਲੈਣਾ, ਸਾਈਕਲ ਲਿਆ ਕੇ ਸਟੈਂਡ ਤੇ ਖੜਾ ਕਰ ਦੇਣਾ, ਕੱਪੜਾ ਲੈ ਕੇ ਸਾਰਾ ਸਾਈਕਲ ਸਾਫ਼ ਕਰ ਦੇਣਾ, ਭੱਜ ਕੇ ਟੇਬਲ ਕੁਰਸੀ ਉਹਦੇ ਤੇ ਕੱਪੜਾ ਮਾਰ, ਗਲਾਸ ਪਾਣੀ ਦਾ ਰੱਖ, ਸਰ ਪਾਣੀ ਪੀਓ। ਔਰ ਗਾਹੇ ਬਗਾਹੇ ਫਿਰ ਉਹਨੇ ਸਾਈਕਲ ਸਾਫ਼ ਕਰ ਦੇਣਾ, ਪਕੜ ਕੇ ਗੇਟ ਤੱਕ ਛੱਡ ਆਉਣਾ। ਜਦੋਂ ਔਰਲ ਟੈਸਟ ਹੋਣੇ ਜਾਂ ਰਿਟਨ ਟੈਸਟ ਹੋਣੇ, ਅਧਿਆਪਕ ਦਾ ਉਸ ਬੱਚੇ ਵੱਲ ਧਿਆਨ ਜਾਣਾ ਵੀ ਬੱਚਾ ਬੜਾ ਆਗਿਆਕਾਰੀ ਹੈ, ਸੇਵਾ ਬੜੀ ਕਰਦਾ ਹੈ, ਮੈਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਸਾਰਿਆਂ ਤੋਂ ਨਲਾਇਕ ਪੜਨ ਵਿੱਚ ਉਹ ਬੱਚਾ। ਉਹਨੇ ਇੱਕ ਦਿਨ ਪੇਰੈਂਟਸ ਸੱਦੇ, ਉਹ ਕਹਿਣਗੇ ਵੇਖੋ ਇਹ ਤੁਹਾਡਾ ਬੱਚਾ ਮੇਰਾ ਸਾਈਕਲ ਵੀ ਪਕੜ ਕੇ ਲਿਆਉਂਦਾ ਜੀ, ਇਹ ਟੇਬਲ ਤੇ ਵੀ ਕੱਪੜਾ ਮਾਰਦਾ, ਕੁਰਸੀ ਤੇ ਵੀ ਮੈਨੂੰ ਪਾਣੀ ਵੀ ਪਿਆਉਂਦਾ, ਨਮਸਤੇ ਵੀ ਕਰਦਾ, ਪਰ ਇਹ ਪੜਦਾ ਕੋ ਨਹੀਂ ਜੇ। ਮੈਨੂੰ ਨਾ ਦੋਸ਼ ਦਿਆ ਜੇ ਬਾਅਦ ਚ। ਪਿਆਰਿਓ, ਜਦੋਂ ਕਲਾਸ ਲੱਗੀ ਹੋਵੇ ਉਦੋਂ ਕਲਾਸ ਲਾਓ, ਜਦੋਂ ਕਲਾਸ ਨਹੀਂ ਲੱਗੀ ਉਦੋਂ ਫਟੀਕ ਕਰ ਲਓ। ਇਸ ਤਰ੍ਹਾਂ ਤੁਸੀਂ ਸਕੂਲਾਂ ਚੋਂ ਕਾਲਜਾਂ ਚੋਂ ਪੜ੍ਹ ਕੇ ਆਏ ਹੋ, ਤੁਸੀਂ ਕੌਮ ਦੇ ਵਾਰਿਸ ਹੋ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰ ਰਿਹਾ, ਚਲਦੀ ਕਲਾਸ ਵਿੱਚ ਕੋਈ ਬੱਚਾ ਉੱਠ ਕੇ ਟੇਬਲ ਸਾਫ਼ ਕਰਦਾ ਤਾਂ ਅਸੀਂ ਇਹਨੂੰ ਕਲਾਸ ਸਮਝਦੇ ਨਹੀਂ ਨਾ। ਪ੍ਰੋਬਲਮ ਇਹ ਹੈ, ਪ੍ਰੋਬਲਮ ਸਾਡੀ ਇਹ ਹੈ ਵੀ ਨਾ ਸਾਨੂੰ ਬਹੁਤ ਘੱਟ ਕੇ ਛੱਡ ਕੇ ਢੰਗ ਦਾ ਟੀਚਰ ਮਿਲਿਆ, ਔਰ ਨਾ ਢੰਗ ਦੇ ਆਡੀਅנס ਆਏ ਜਿਹੜੇ ਸਕੂਲ ਟਾਈਪ ਬੈਠ ਕੇ ਸਿੱਖਣ ਸਿਖਾਉਣ ਦੀ ਭਾਵਨਾ ਨਾਲ। ਲਿਹਾਜ਼ਾ हैदराबाद की जू पार्क बनी हुई है, आवो जाओ इधर जो किसी का दिल करता करो, वातावरण नहीं बनता। इस वास्ते ये सारे ध्यान दिया करो। छोटे बच्चों को स्कूल भेजन तो पहला 15-15 दिन मावां उन्होंने सिखांदियां ने, आरजी जिहा बैग लिया देना है, इत्थे पानी वाली बोतल पानी है, इत्थे जमैट्री बक्स है, पैन नूं इत्थे टुंगना है, इदां करना है, इदां करना है। कितनी टेंशन, उत्थे इन्नी फीस देनी है। किड्डा चंगा होवे जे गुरुद्वारे भी बच्चे नूं लियाउण तो पहला ਅਸੀਂ ਘਰਾਂ 'ਚ ਜਿਹੜੀਆਂ ਭੈਣਾਂ ਨੇ ਉਹ ਸਿਖਾਉਣ ਵੀ ਬੇਟਾ ਗੁਰਦੁਆਰੇ ਜਾਣਾ, ਉੱਥੇ ਦੌੜਾਂ ਨਹੀਂ ਲਾਣੀਆਂ, ਸ਼ੋਰ ਨਹੀਂ ਮਚਾਉਣਾ, ਇੱਦਾਂ ਬੈਠਣਾ, ਇੱਦਾਂ ਕਰਨਾ। ਪਰ ਕਿਉਂਕਿ ਹੁਣ ਇੱਥੇ ਤੇ ਕੋਈ ਦਾਖਲਾ ਫੀਸ ਵੀ ਨਹੀਂ, ਇੱਥੇ ਤੇ ਕੋਈ ਟਿਊਸ਼ਨ ਫੀ ਵੀ ਕੋਈ ਨਹੀਂ ਗੀ, ਇਸ ਵਾਸਤੇ ਇਹ ਟੈਨਸ਼ਨ ਲੈਣ ਦੀ ਕੀ ਲੋੜ ਹੈ। ਇੱਥੇ ਤੇ ਜੇ ਗਿਆਨੀ ਝਿੜਕੇਗਾ ਤੇ ਹੋ ਸਕਦਾ ਪ੍ਰਬੰਧਕ ਉਹਨੂੰ ਝਿੜਕ ਦੇਣ ਵੀ ਸਾਡੀ ਸੰਗਤ ਘਟਦੀ ਹੈ, ਤੂੰ ਇੱਦਾਂ ਸਖਤੀ ਨਾ ਕਰਿਆ ਕਰ। ਇੱਥੇ ਪ੍ਰਵਾਹ ਕਰਨ ਦੀ ਕੀ ਲੋੜ ਹੈ।
ਤੋ ਇਹ ਛੋਟੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਤੇ ਮੈਨੂੰ ਖਿਮਾ ਕਰਨਾ, ਹੁਣ 58 59 ਦਾ ਮੈਂ ਵੀ ਹੋ ਗਿਆ ਵਾਂ, ਮੈਨੂੰ ਵੀ ਲੋਕੀ ਬਾਪੂ ਕਹਿ ਕੇ ਬੁਲਾਉਂਦੇ ਨੇ। ਜਦੋਂ ਸ਼ੁਰੂ ਚ ਕਹਿਣਾ ਸ਼ੁਰੂ, ਉਦੋਂ ਤੇ ਥੋੜਾ ਜਿਹਾ ਇੱਕ ਵਾਰ ਸ਼ੌਕ ਜਿਹਾ ਲੱਗਦਾ ਹੁੰਦਾ ਸੀ ਵੀ ਹੈ ਬਾਪੂ ਵੀ ਬਣ ਗਏ ਆ। ਪਰ ਹੁਣ ਹੋਰ ਉਮਰ ਵਧਣੀ ਹੈ, ਹੁਣ ਅਸੀਂ ਵੀ ਘਰਾਂ 'ਚ ਥੋੜਾ ਜਿਹਾ ਇਸ ਤਰ੍ਹਾਂ ਹੀ ਕਰਨੇ ਆ ਵੀ ਚਲੋ ਬਾਪੂ ਜੀ ਹੋ ਆਵੋ ਗੁਰਦੁਆਰੇ। ਹੁਣ ਸਾਈਕੋਲੋਜੀਕਲੀ ਤੁਸੀਂ ਕਦੀ ਵੇਖੋ ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਵੀ ਉਹ ਕਹਿੰਦੇ ਵੀ ਸਾਨੂੰ ਜੋ ਪ੍ਰਚਾਰ ਕਰਨਾ, ਜਾ ਉੱਥੇ ਗ੍ਰੰਥੀ ਹੈਗੇ ਨੇ, ਉੱਥੇ ਸੇਵਾਦਾਰ ਹੈਗੇ ਨੇ, ਪ੍ਰਬੰਧਕ ਹੈਗੇ ਨੇ, ਗਰਾਈ ਲੈਣ ਜੋ ਆਉਂਦੇ ਨੇ, ਸਾਨੂੰ ਕਹਿ ਤੇ ਨਹੀਂ ਨਾ ਕੋਈ ਸਕਦੇ ਤੇ ਜਾ ਤੂੰ ਉੱਥੇ ਜਾ, ਉਹਨਾਂ ਨੂੰ ਪਰੇਸ਼ਾਨ ਕਰ ਜਾ ਕੇ, ਸਾਨੂੰ ਨਾ ਕਰ, ਬਾਪੂ ਜੀ ਹੋ ਆਵਿਆ ਕਰੋ ਗੁਰਦੁਆਰੇ। तो बापू ਨੂੰ ਸਿਖਾਓ ਨਾ ਵੀ ਗੁਰਦੁਆਰਾ ਸਤ ਸੰਗਤ ਸਤਗੁਰ ਚਟਸਾਲ ਹੈ, ਇਹ ਵੀ ਬਾਪੂ ਨੂੰ ਦੱਸੋ ਵੀ ਬਾਪੂ ਜਿੱਥੇ ਤੂੰ ਜਾ ਰਿਹਾ ਗੁਰੂ ਰਾਮਦਾਸ ਦਾ ਮਦਰਸਾ ਹੈ, ਗੁਰੂ ਰਾਮਦਾਸ ਦੀ ਪਾਠਸ਼ਾਲਾ ਹੈ, ਗੁਰੂ ਰਾਮਦਾਸ ਦਾ ਸਕੂਲ ਹੈ, ਔਰ ਸਕੂਲ ਵਿੱਚ ਡਿਸਿਪਲਿਨ ਹੁੰਦਾ। ਗੁਰੂ ਕਿਰਪਾ ਕਰੇ ਮੈਂ ਫਿਰ ਆਪ ਜੀ ਦੀ ਸੁਰਤ ਉੱਥੇ ਲਿਆਵਾਂ। ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਪੂਰਾ ਬ੍ਰਹਿਮੰਡ ਪੰਜਾਂ ਤੱਤਾਂ ਦਾ, ਸਾਡਾ ਸਰੀਰ ਵੀ ਪੰਜਾਂ ਤੱਤਾਂ ਦਾ ਹੀ। ਬ੍ਰਹਿਮੰਡ ਪੂਰੇ ਵਿੱਚ ਪਰਮਾਤਮਾ ਵਿਆਪਕ ਹੈ, ਸਾਡੇ ਵਿੱਚ ਵੀ ਵਿਆਪਕ ਹੈ। ਖੋਜ ਕਰਨੀ ਹੈ, ਔਰ ਖੋਜ ਦੇ ਮਾਮਲੇ 'ਚ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ। ਹਰ ਦੇਸ਼ ਦੇ ਨਾ ਆਪਣੇ ਕਾਨੂੰਨ ਹੁੰਦੇ ਨੇ। ਸਾਡੇ ਇੱਥੇ ਤੁਹਾਡੀ ਪ੍ਰਾਪਰਟੀ ਦੇ ਵਿੱਚ ਤੇਲ ਨਿਕਲ ਆਵੇ ਨਾ ਥੱਲੇੋਂ, ਉਹ ਤੇਲ ਤੁਹਾਡਾ ਨਹੀਂ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਤੁਹਾਡਾ ਪਲਾਟ ਹੈ, ਤੁਹਾਡੀ ਐਗਰੀਕਲਚਰ ਜ਼ਮੀਨ ਹੈ, 4 ਫੁੱਟ ਤੱਕ ਜ਼ਮੀਨ ਤੁਹਾਡੀ ਹੈ। 4 ਫੁੱਟ ਤੋਂ ਹੇਠਾਂ ਕੋਈ ਅੰਡਰਗਰਾਉਂਡ ਪਾਈਪਲਾਈਨ ਕੱਢਣੀ ਹੈ, ਤੁਸੀਂ ਕਹੋ ਮੈਂ ਨਹੀਂ ਕੱਢਣ ਦੇਣੀ, ਗਵਰਨਮੈਂਟ ਕਹਿੰਦੀ ਤੂੰ ਕੀ ਲੱਗਣਾ, ਤੇਰੀ ਜ਼ਮੀਨ 4 ਫੁੱਟ ਹੈ, ਤੂੰ 4 ਫੁੱਟ 'ਚ ਆਪਣਾ ਜੋ ਕਰਨਾ ਹੈ, ਥੱਲੇੋਂ ਅਸੀਂ ਲਿਜਾ ਸਕਦੇ ਹਾਂ। ਥੱਲੇ ਸੋਨਾ ਨਿਕਲ ਆਵੇ, ਚਾਂਦੀ ਨਿਕਲ ਆਵੇ, ਤੇਲ ਨਿਕਲ ਆਵੇ, ਅਬਰਕ ਨਿਕਲ ਆਵੇ, ਕੋਲਾ ਨਿਕਲ ਆਵੇ, ਤਾਂਬਾ ਨਿਕਲ ਆਵੇ, ਕੁਛ ਨਿਕਲ ਆਵੇ, ਉਹ ਸਾਡਾ ਨਹੀਂਗਾ, ਉਹ ਗਵਰਨਮੈਂਟ ਦਾ। ਇਹ ਵੀ ਮੈਂ ਆਪ ਜੀ ਦੇ ਜਾਤ ਦੀ ਹੱਥ, ਉਹ ਜ਼ਬਰਦਸਤੀ ਕਬਜ਼ਾ ਕਰ ਸਕਦੇ। ਪਰ ਵੱਖ-ਵੱਖ ਦੇਸ਼ਾਂ ਦੇ ਕਾਨੂੰਨ ਵੱਖਰੇ ਵੱਖਰੇ। ਅਮਰੀਕਾ ਵਿੱਚ ਇੱਕ ਵਾਰੀ ਘਟਨਾ ਵਾਪਰੀ ਵੀ ਉਹਨਾਂ ਮਸ਼ੀਨਾਂ ਨਾਲ ਖੋਜ ਕੀਤੀ ਵੀ ਹੇਠਲੀ ਜ਼ਮੀਨ ਦੇ ਥੱਲੇ ਸੋਨਾ ਹੈ, ਔਰ ਫਿਰ ਵਿਗਿਆਪਨ ਅਖਬਾਰ ਵਿੱਚ ਆਇਆ ਵੀ ਖਰੀਦੋ ਪਲਾਟ ਜਿੰਨੇ ਖਰੀਦਣਾ। ਹੁਣ ਜਿੰਨੀ ਕਿਸੇ ਦੀ ਪਾਇਆ ਸੀ ਉਹਨੇ ਪਲਾਟ ਖਰੀਦੇ ਵੀ ਹੇਠੋਂ ਸੋਨਾ ਨਿਕਲੇਗਾ ਤੇ ਅਮੀਰ ਹੋ ਜਾਣਗੇ। ਕੋਈ ਮਾਤੜ ਸਾਥੀ ਉਹਦੇ ਕੋਲ ਪੂੰਜੀ ਥੋੜੀ ਸੀ, ਥੋੜੀ ਦੀ ਜਗ੍ਹਾ ਕੋਈ 2 4 500 ਹਜ਼ਾਰ ਗਜ ਉਹਨੇ ਵੀ ਖਰੀਦ ਲਈ। ਬਚੀ ਪੂੰਜੀ ਨਾਲ ਉਹਨੇ ਮਸ਼ੀਨਰੀ ਖਰੀਦ ਲਈ। ਹੁਣ ਪੁੱਟਣਾ ਸ਼ੁਰੂ ਕੀਤਾ, ਪੁੱਟਦਿਆਂ ਪਤਾਲ ਵਿੱਚ ਚਲਾ ਗਿਆ, ਪਰ ਨਿਕਲਿਆ ਕੁਛ ਨਹੀਂ, ਡੋਲ ਗਿਆ। ਹੁਣ ਤੇ ਡੀਜ਼ਲ ਜੋਗੇ ਪੈਸੇ ਵੀ ਨਹੀਂ ਬਚੇ, ਹੁਣ ਕੀ ਕਰਾਂ। ਇਹ ਤੇ ਮੈਂ ਲੁੱਟਿਆ ਗਿਆ, ਪਰ ਸਸਪੈਂਸ ਬਣਿਆ, ਅਜੇ ਤੇ ਵਿਕ ਜਾਏਗਾ। ਲੋਕਾਂ ਨੂੰ ਇਹ ਭੁਲੇਖਾ ਵੀ ਸ਼ਾਇਦ ਥੱਲਿਓਂ ਕੁਝ ਨਿਕਲ ਆਵੇ। ਕਹਿੰਦੇ ਨੇ ਵੀ ਉਹਨੇ ਵਿਗਿਆਪਨ ਦਿੱਤਾ ਵੀ ਉਹ ਜਿਹੜੇ ਸੋਨੇ ਵਾਲੇ ਪਲਾਟ ਨੇ ਨਾ, ਉਹ ਮੈਂ ਆਪਣਾ ਪਲਾਟ ਵੇਚਣਾ। ਅਗਲੇ ਹੀ ਦਿਨ ਕਿਸੇ ਦੂਜੇ ਵਿਅਕਤੀ ਨੇ ਖਰੀਦ ਲਿਆ, ਔਰ ਜਿਵੇਂ ਹੀ ਉਹਨੇ ਥੱਲਿਓਂ ਸ਼ੁਰੂ ਕੀਤਾ 10 ਫੁੱਟ ਥੱਲੇ ਜਾ ਕੇ ਸੱਚੀ ਮੁੱਚੀ ਸੋਨਾ ਨਿਕਲ ਆਇਆ। ਫਿਰ ਪਛਤਾਏ। ਪਛਤਾਣ ਦਾ ਕਾਰਨ ਕੀ ਸੀ? ਖੋਜ ਅਧੂਰੀ ਸੀ, ਡੋਲ ਗਿਆ। ਖੋਜ ਅਧੂਰੀ ਨਹੀਂ ਹੋਣੀ ਚਾਹੀਦੀ। ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬੌਰ ਨਾ ਹੋਈ। ਖੋਜ ਬੂਝ ਜੋ ਕਰੈ ਵਿਚਾਰਾ, ਤੋ ਭਵਜਲ ਤਰਕ ਨਾ ਲਾਵੇ। ਅੱਖੇ ਅੱਖਰ ਤੋਂ ਉਪਦੇਸ਼, ਜਿਹੜਾ ਖੋਜ ਵਿੱਚ ਪੈਂਦਾ ਹੈ। ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬੌਰ, ਉਹਦਾ ਆਵਾਗੌਣ ਮੁੱਕ ਜਾਂਦਾ, ਉਹਨੂੰ ਪਰਤ ਕੇ ਜਨਮ ਨਹੀਂ ਲੈਣਾ ਪੈਂਦਾ। ਖੋਜ ਬੂਝ, ਖੋਜ ਕੇ ਬੁੱਝ ਕੇ ਸਮਝ ਕੇ ਜਿਹੜਾ ਵਿਚਾਰ ਕਰਦਾ ਹੈ, ਉਹਨੂੰ ਭਵਜਲ ਤਰਨ ਲੱਗਿਆ ਦੇਰ ਨਹੀਂ, ਪਾਰ ਮੀਨਸ ਦੇਰ ਨਹੀਂ ਲੱਗਦੀ। ਇਸ ਲਈ ਤਾਸ ਖੋਜ ਬੈਰਾਗੀ, ਹੈ ਵੈਰਾਗੀ ਮਨ, ਹੁਣ ਉਸ ਪ੍ਰਮਾਤਮਾ ਨੂੰ ਖੋਜ। ਕਿਸ ਪ੍ਰਮਾਤਮਾ ਨੂੰ? ਜਿਹੜਾ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ, ਨਾ ਜਾਂਦਾ ਹੈ, ਉਹਦੀ ਖੋਜ ਕਰ। ਮਾਦੇ ਦੀ ਬਹੁਤ ਖੋਜ ਕੀਤੀ ਹੈ, ਪਦਾਰਥਾਂ ਦੀ ਬਹੁਤ ਖੋਜ ਕੀਤੀ ਹੈ, ਚੰਗੀ ਗੱਲ ਹੈ। ਥੋੜੀ ਜਿਹੀ ਆਪੇ ਦੀ ਵੀ ਖੋਜ ਕਰ, ਥੋੜੀ ਜਿਹੀ ਰੱਬ ਦੀ ਵੀ ਖੋਜ ਕਰ। ਹੁਣ ਕਿਉਂਕਿ ਸਮਾਂ ਸਮਾਪਤੀ ਵੱਲ ਹੈ, ਮੈਂ ਦੂਜੇ ਬਚਨਾਂ ਵੱਲ ਵੀ ਆਪ ਜੀ ਦੀ ਤਵੱਜੋ ਦਵਾਵਾਂ। ਮੇਰੇ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਪਈ ਅਵਰੈ, ਨਾਤਰ ਥਾ ਬੇਗਾਨਾ।
ਪਹਿਲਾਂ ਮੇਰੀ ਅਕਲ ਹੋਰ ਤਰ੍ਹਾਂ ਦੀ ਸੀ। ਹੁਣ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਉਲਟ ਗਿਆ ਹੈ ਤੇ ਮੇਰੀ ਜਿਹੜੀ ਸੋਚ ਹੈ, ਥਾਟ ਹੈ, ਮੇਰੀ ਜਿਹੜੀ ਆਈਡੀਓਲੋਜੀ ਹੈ, ਉਹ ਬਦਲ ਗਈ ਹੈ। ਪਹਿਲਾਂ ਕੀ ਸੀ ਤੇ ਹੁਣ ਕੀ ਹੈ? ਤੇ ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਐ ਬੁਰੀ। ਜਿਹੜੀ ਅਕਲ ਮੇਰੇ ਕੋਲ ਪਹਿਲਾਂ ਸੀ ਨਾ, ਜਿਹੜੀਆਂ ਮੈਂ ਮਨਮਰਜ਼ੀਆਂ ਕਰਦਾ ਸਾਂ, ਉਹ ਮੇਰੀ ਅਕਲ ਸੋਹਣੀ ਨਹੀਂ ਸੀ, ਉਹ ਭੱਦੀ ਸੀ, ਕਰੂਪ ਸੀ। ਕੁਜਾਤ ਨੀਵੀਂ ਜਾਤ ਵਾਲੀ, ਸੈਂਸ ਨੀਵੇਂ ਅਸਲੇ ਵਾਲੀ, ਨੀਵੀਂ ਸੋਚ ਵਾਲੀ ਸੀ ਪਿਆਰ। ਇੰਝ ਕਹਿ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਉਹ ਬੜੀ ਕਲੈਣੀ ਸੀ। ਕੌਣ? ਮੇਰੀ ਅਕਲ। ਇਹ ਕਿਸੇ ਥੋੜਾ ਇਸਤਰੀ ਲਿੰਗ ਹੋਣ ਕਰਕੇ ਉਹ ਇੰਝ ਲੱਗਦਾ ਜਿਵੇਂ ਕਿਸੇ ਇਸਤਰੀ ਨੂੰ ਕਿਹਾ ਜਾ ਰਿਹਾ, ਉਹ ਗੱਲ ਨਹੀਂ। ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਤਰੀ। ਜਿਹੜੀ ਹੁਣ ਮੈਨੂੰ ਗੁਰੂ ਕੋਲੋਂ ਅਕਲ ਮਿਲੀ ਹੈ, ਗੁਰੂ ਕੋਲੋਂ ਮੱਤ ਮਿਲੀ ਹੈ, ਗੁਰਬਾਣੀ ਕੋਲੋਂ ਮੱਤ ਮਿਲੀ ਹੈ, ਗੁਰੂ ਗ੍ਰੰਥ ਸਾਹਿਬ ਕੋਲੋਂ ਅਕਲ ਮਿਲੀ ਹੈ, ਉਹ ਬੜੀ ਸਰੂਪ ਹੈ, ਸੋਹਣੀ ਹੈ, ਸੁਜਾਨ ਹੈ, ਸੁਹਿਰਦ ਹੈ ਤੇ ਸੁਲੱਖਣੀ ਹੈ। ਅਡੋਲ ਉਹਨੂੰ ਮੈਂ ਹਿਰਦੇ ਵਿੱਚ ਟਿਕਾ ਲਿਆ। ਸਹਿਜੇ ਉਦਰ ਧਰੀ ਭਲੀ ਸਰੀ ਮੋਈ ਮੇਰੀ ਪਹਿਲੀ ਬਰੀ। ਬੜਾ ਚੰਗਾ ਹੋਇਆ ਆ ਜਿਹੜੀ ਮੇਰੀ ਪਹਿਲੀ ਅਕਲ ਮਨ ਮਤ ਮੇਰੀ ਮਰ ਗਈ ਹੈ। ਜੁਗ ਜੁਗ ਜੀਓ ਮੇਰੀ ਅਬ ਕੀ ਧਰੀ। ਸ਼ਾਲਾ ਜਿਹੜੀ ਗੁਰਮਤ ਮੈਨੂੰ ਗੁਰੂ ਕੋਲੋਂ ਮਿਲੀ ਏ, ਇਹ ਤੇ ਜੁਗਾਂ ਜੁਗਾਂਤਰਾਂ ਤੱਕ ਮੇਰੇ ਅੰਦਰ ਜਿਉਂਦੀ ਰਹੇ। ਕਹੋ ਕਬੀਰ ਜਬ ਲੌਰੀ ਆਈ। ਸਤ ਸੰਗਤ, ਇਹ ਲੌਰੀ ਦੇ ਇੱਥੇ ਅਰਥ ਨੇ ਛੋਟੀ। ਤੇ ਛੋਟੀ ਕੀ ਹੁੰਦੀ ਹੈ? ਉਮਰ ਵਿੱਚ ਛੋਟੀ, ਜਿਹੜੀ ਬਾਅਦ ਵਿੱਚ ਜਿਹਦਾ ਜਨਮ ਹੈ ਉਹ ਛੋਟਾ ਹੈ, ਜਿਹਦਾ ਪਹਿਲਾ ਜਨਮ। ਹੁਣ ਕਿਉਂਕਿ ਮਨਮਤ ਤੇ ਪਹਿਲਾਂ ਹੀ ਜਨਮ ਲੈ ਚੁੱਕੀ ਸੀ, ਇਸ ਲਈ ਮਨਮਤ ਨੂੰ ਵੱਡੀ ਕਿਹਾ ਹੈ ਤੇ ਗੁਰਮਤ ਨੂੰ ਇੱਥੇ ਛੋਟੀ ਕਿਹਾ। ਵੇਖੋ ਕੈਸਾ ਤਰੀਕਾ ਸਮਝਾਉਣ ਦਾ, ਕਿਉਂਕਿ ਗੁਰਮਤ ਮੇਰੇ ਅੰਦਰ ਬਾਅਦ ਚ ਜਨਮ ਲਿਆ ਨਾ, ਇਸ ਲਈ ਇੱਥੇ ਗੁਰਮਤ ਨੂੰ ਲੌਰੀ ਕਹਿ ਦਿੱਤਾ, ਛੋਟੀ ਕਹਿ ਦਿੱਤਾ, ਹੈ ਵੱਡੀ। ਕਹੋ ਕਬੀਰ ਜਬ ਲੌਰੀ ਆਈ ਵੱਡੀ ਕਾ ਸੁਹਾਗ ਟਰਿਓ। ਮਨਮਤ ਟਲ ਗਈ, ਲੌਰੀ ਸੰਗ ਪਈ ਆ ਮੇਰਾ ਜੇਠੀ ਔਰ ਤਰਿਓ। ਗੁਰਮਤ ਮੇਰੇ ਕੋਲ ਆ ਗਈ ਤੇ ਮਨਮਤ ਦਫਾ ਹੋ ਗਈ, ਕਿਤੇ ਹੋਰ ਕਿਤੇ ਚਲੀ ਗਈ। ਗੁਰ ਪ੍ਰਸਾਦ ਅਕਲ ਭਈ ਅਵਰੈ ਨਾਤਰ ਥਾ ਬੇਗਾਨਾ। ਗੁਰੂ ਦੀ ਕਿਰਪਾ ਨਾਲ ਮੇਰੀ ਅਕਲ ਬਦਲ ਗਈ। ਸਤਿਗੁਰ ਕੈ ਜਨਮੈ ਗਵਨ ਮਟਾਇਆ। ਧੰਨ ਗੁਰੂ ਗ੍ਰੰਥ ਸਾਹਿਬ। ਹੁਣ ਇਹਦੇ ਨਾਲ ਕ੍ਰਾਂਤੀ ਕੀ ਆਈ? ਨਿਵਰੈ ਦੂਰ, ਦੂਰ ਫੁਨ ਨਿਵਰੈ। ਜਿਹੜੇ ਨੇੜੇ ਸਨ ਉਹ ਦੂਰ ਹੋ ਗਏ, ਜਿਹੜੇ ਦੂਰ ਸਨ ਉਹ ਨੇੜੇ ਹੋ ਗਏ। ਨੇੜੇ ਕੌਣ ਸਨ ਤੇ ਦੂਰ ਕੌਣ ਸੀ? ਮੇਰੀ ਭੈੜੀ ਅਕਲ ਕਾਰਨ ਵਕਾਰ ਮੇਰੇ ਨੇੜੇ ਸਨ, ਉਹ ਮੇਰੇ ਤੋਂ ਦੂਰ ਚਲੇ ਗਏ। ਰੱਬ ਮੇਰੇ ਤੋਂ ਦੂਰ ਸੀ, ਉਹ ਮੇਰੇ ਨੇੜੇ ਆ ਗਏ। ਮੇਰੀ ਵਜ੍ਹਾ ਕਰਕੇ, ਮੇਰੀ ਗੁਸਤਾਖੀ, ਮੇਰੀ ਗਲਤੀ ਕਰਕੇ ਹੀ ਸੀ। ਹੁਣ ਜਿਹੜੇ ਜੋ ਇਹ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ, ਜਿਹੜੇ ਵਕਾਰ ਮੈਨੂੰ ਬੜਾ ਪਰੇਸ਼ਾਨ ਕਰਦੇ ਸਨ, ਉਹ ਹੁਣ ਉਲਟੇ ਮੇਥੋਂ ਡਰਨ ਲੱਗ ਪਏ। ਕਰਾਂ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਾਇਆ। ਉਹ ਬੇਨਤੀ ਕਰਦੇ ਨੇ ਵੀ ਤੇਰਾ ਡਾਢੇ ਨਾਲ ਵਾਹ ਹੈ, ਪ੍ਰਮਾਤਮਾ ਨਾਲ ਸੰਬੰਧ ਹੈ, ਸਾਡੀ ਪ੍ਰਮਾਤਮਾ ਕੋਲ ਕੰਪਲੇਂਟ ਨਾ ਕਰੀ, ਸਾਨੂੰ ਉਹਦੇ ਤੋਂ ਬਚਾ ਲਈ, ਅਸੀਂ ਤੈਨੂੰ ਹੁਣ ਸਤਾਉਂਦੇ ਨਹੀਂ, ਹਮ ਤੇਰੀ ਸ਼ਰਨਾਇਆ। ਇਹਨੂੰ ਕਬੀਰ ਸਾਹਿਬ ਕਹਿੰਦੇ ਨੇ ਨਿਵਰੈ ਦੂਰ। ਜਿਹੜੇ ਵਕਾਰ ਨੇੜੇ ਸਨ ਉਹ ਦੂਰ ਚਲੇ ਗਏ। ਦੂਰ ਫੁਨ ਨਿਰਵੈ, ਜਿਹੜਾ ਰੱਬ ਦੂਰ ਸੀ ਉਹ ਨੇੜੇ ਆ ਗਿਆ। ਜਿਨ ਜੈਸਾ ਕਰ ਮਾਨਿਆ, ਜਿਨ੍ਹਾਂ ਨੇ ਇਸ ਚੀਜ਼ ਨੂੰ ਮਾਨ ਲਿਆ, ਕੇਵਲ ਗੱਲਾਂ ਨਹੀਂ, ਜਿਨ੍ਹਾਂ ਨੇ ਮਾਨ ਲਿਆ, ਉਹਨਾਂ ਦਾ ਫਿਰ ਕੀ ਹਾਲ ਹੁੰਦਾ? ਲਓ ਜਰਾ ਕੰਨ ਤੇ ਮਨ ਦੇ ਕੇ ਸੁਣਿਓ। ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣੇ। ਅਲੌਤੀ ਮਿਸ਼ਰੀ, ਕਿਤੇ ਕਿਤੇ ਮਿਸ਼ਰੀ ਨੂੰ ਨਵਾਤ ਵੀ ਕਿਹਾ ਗਿਆ, ਜਿਵੇਂ ਫਰੀਦਾ ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓ। ਉੱਥੇ ਨਵਾਤ ਮੀਨਸ
ਮਿਸ਼ਰੀ। ਇੱਥੇ ਅਲੌਤੀ ਮੀਨਸ ਮਿਸ਼ਰੀ। ਕਿਉਂ? ਕਿਉਂਕਿ ਉਹ ਬੈਠੇ ਨੇ ਪਾਕਪਟਨ, ਉਹ ਬੈਠਾ ਬਨਾਰਸ ਵਿੱਚ, ਬੋਲੀ ਬਦਲ ਜਾਂਦੀ ਹੈ। ਫਰੀਦ ਸਾਹਿਬ ਪਾਕਪਟਨ ਵਿੱਚ ਬੈਠੇ ਨੇ, ਉਹ ਕਹਿੰਦੇ ਨੇ ਨਿਵਾਤ। ਕਬੀਰ ਸਾਹਿਬ ਬਨਾਰਸ ਬੈਠੇ ਨੇ, ਉਹ ਕਹਿੰਦੇ ਨੇ ਅਲੌਤੀ। ਕਿਹਨੂੰ? ਮਿਸ਼ਰੀ। ਕਿਹੜੀ ਮਿਸ਼ਰੀ? ਆ ਜਿਹੜੀ ਖੰਡ ਦੀਆਂ ਢੇਲੀਆਂ ਬਣਾਈਆਂ ਨਹੀਂ, ਕੁੱਜਾ ਮਿਸ਼ਰੀ। ਪ੍ਰੋਪਰ ਜਿਹੜੀ ਮਿਸ਼ਰੀ ਹੈ ਉਹ ਧਾਗੇ ਵਾਲੀ ਮਿਸ਼ਰੀ ਹੁੰਦੀ ਹੈ, ਜਿਹੜੀ ਗੁਣਕਾਰੀ ਹੈ, ਜਿਹੜੀ ਔਸ਼ਧੀਆਂ ਦੇ ਕੰਮ ਆਉਂਦੀ ਹੈ। ਇਹ ਵੀ ਅਰਥ ਕਰਦੇ। ਹੁਣ ਕਹਿੰਦੇ ਨੇ ਵੀ ਜਦੋਂ ਵਿਕਾਰ ਦੂਰ ਹੋ ਗਏ, ਰੱਬ ਨੇੜੇ ਆ ਗਿਆ, ਤੇ ਜਿਹੜਾ ਸਵਾਦ ਆਇਆ ਨਾ ਅੰਦਰੋਂ, ਜਿਹੜਾ ਆਨੰਦ ਆਇਆ, ਪਤਾ ਕਿੱਦਾਂ ਦਾ? ਕਹਿੰਦੇ ਉਹ ਤੇ ਜਿਹਨੇ ਮਿਸ਼ਰੀ ਦਾ ਸ਼ਰਬਤ ਪੀਤਾ ਹੈ ਉਹਨੂੰ ਪਤਾ ਲੱਗਦਾ ਵੀ ਮਿਸ਼ਰੀ ਦਾ ਸ਼ਰਬਤ ਕਿੰਨਾ ਸਵਾਦੀ ਹੁੰਦਾ। ਇਹ ਇਸੇ ਤਰ੍ਹਾਂ ਜਿਹਨੇ ਇਹ ਅਵਸਥਾ ਮਾਣੀ ਹੈ ਉਹਨੂੰ ਪਤਾ ਇਹਦਾ ਕਿੰਨਾ ਲੁਤਫ ਹੈ, ਦੂਜੇ ਨੂੰ ਨਹੀਂ ਪਤਾ ਲੱਗਦਾ। ਅਲੌਤੀ ਕਾ ਜੈਸੇ ਪਾਇਆ ਬਰੇਡਾ, ਬੱਬਾ ਰਾਰੇ ਲਾਂ ਡੱਡੇ ਕਰਨਾ। ਬਰੇਡਾ ਮੀ ਸ਼ਰਬਤ, ਅਲੌਤੀ ਮੀ ਮਿਸ਼ਰੀ। ਜਿਵੇਂ ਮਿਸ਼ਰੀ ਦਾ ਸ਼ਰਬਤ ਪੀਤਿਆਂ ਪਤਾ ਲੱਗਦਾ ਜਿਹਨੇ ਪੀਤਾ ਉਹਨੂੰ ਸਵਾਦ ਆਉਂਦਾ, ਕੋਲ ਬੈਠੇ ਨੂੰ ਨਹੀਂ ਆਉਂਦਾ। ਇਸ ਤਰ੍ਹਾਂ ਜਿਹਨੇ ਇਹ ਅਵਸਥਾ ਮਾਣੀ ਉਹਨੂੰ ਹੀ ਉਹ ਆਨੰਦ ਆਉਂਦਾ, ਕੋਲ ਬੈਠੇ ਨੂੰ ਨਹੀਂ ਆਉਂਦਾ। ਔਰ ਜੇ ਉਹ ਐਕਸਪਲੇਨ ਕਰਨਾ ਚਾਹੇ ਤਾਂ ਇਸ ਆਨੰਦ ਨੂੰ ਪੂਰਾ ਐਕਸਪਲੇਨ ਵੀ ਨਹੀਂ ਕਰ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਉੱਥੇ ਵੀ ਇਹ ਐਗਜ਼ਾਮਪਲ ਹੈ। ਬੰਦਾ ਹੋਵੇ ਗੂੰਗਾ, ਉਹਨੂੰ ਮਠਿਆਈ ਖਵਾਈਏ, ਰਸਤੇ ਆਉਣਾ। ਹੁਣ ਜੇ ਉਹਨੂੰ ਪੁੱਛੀਏ ਕਿੱਦਾਂ, ਤੇ ਬੋਲ ਕੇ ਨਹੀਂ ਦੱਸ ਸਕਦਾ ਗੂੰਗਾ। ਇਹੀ ਹਾਲਾਤ ਹੈ ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਹੁਣ ਆਪਾਂ ਸਮਾਪਤੀ ਵੱਲ ਚੱਲੀਏ। ਅੰਤਲੇ ਬੋਲ, ਤੇਰੀ ਨਿਰਗੁਣ ਕਥਾ ਕਾਹੇ ਸਿਉ ਕਹੀਏ। ਇਹ ਜਿਹੜੀ ਤੇਰੀ ਨਿਰਗੁਣ ਕਥਾ ਹੈ, ਤਿੰਨਾਂ ਗੁਣਾਂ ਤੋਂ ਉੱਪਰ ਹੈ, ਨਿਰਗੁਣ ਸਰੂਪ ਦੀ ਕਥਾ ਹੈ, ਇਹ ਕਿਹਨੂੰ ਸਮਝਾਈਏ, ਕਿਵੇਂ ਕਹੀਏ? ਐਸਾ ਕੋਈ ਵਿਵੇਕੀ, ਕੋਈ ਵਿਰਲਾ ਵਿਵੇਕੀ। ਵੈਸੇ ਤੇ ਸਾਡੀ ਕੌਮ ਵਿੱਚ ਵਿਵੇਕੀ ਸ਼ਬਦ ਇੱਕ ਸੰਸਥਾ ਸਿੰਘ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ, ਅਖੰਡ ਕੀਰਤਨੀ ਜਥੇ ਦੇ ਬਾਨੀ, ਬੜੀ ਉੱਚੀ ਆਤਮਿਕ ਅਵਸਥਾ। ਭਾਈ ਸਾਹਿਬ ਕੱਲਾ ਨਾਮ ਨਹੀਂ ਸਨ ਜਪਦੇ, ਕੀਰਤਨ ਨਹੀਂ ਸਨ ਕਰਦੇ। ਜਦੋਂ ਆਜ਼ਾਦੀ ਦੀ ਲਹਿਰ ਸ਼ੁਰੂ ਹੋਈ ਤੇ ਆਪ ਜੀ ਨੇ ਉਹਦੇ ਅਧੀਨ ਜੇਲ੍ਹ ਵੀ ਕੱਟੀ। ਉਹਨਾਂ ਦੀ ਇੱਕ ਕਿਤਾਬ ਜੇਲ੍ਹ ਚਿੱਠੀਆਂ, ਜੇਲ੍ਹ ਵਿੱਚੋਂ ਲਿਖੀ ਹੋਈ ਹੀ ਉਹ ਕਿਤਾਬ ਹੈ, ਔਰ ਬੜੀਆਂ ਅਲੌਕਿਕ ਗੱਲਾਂ ਉਸ ਪੁਸਤਕ ਦੇ ਵਿੱਚ ਨੇ। ਔਰ ਇਹ ਜਿਹੜਾ ਜੱਥਾ ਹੈ ਭਾਈ ਰਣਧੀਰ ਸਿੰਘ ਨੇ, ਜੋ ਜਿਹਦੇ ਬਾਨੀ ਨੇ ਚਲਾਇਆ ਹੈ, ਸਾਰੀ ਕੌਮ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵਿੱਚੋਂ ਗੁਰਮਤ ਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਗੱਲ ਹੈ, ਅਮਲ ਵਿੱਚ ਲਿਆਉਣ ਦੀ ਜਿਹੜੀ ਗੱਲ, ਇਹ ਮੋਹਰਲੀ ਕਤਾਰਾਂ ਵਿੱਚ ਇਹ ਜੱਥਾ ਹੈ, ਅਖੰਡ ਕੀਰਤਨੀ ਜੱਥਾ। ਰਹਿਣ ਸਵਾਈ ਕੀਰਤਨ, ਸਾਰੀ ਰਾਤ ਕੀਰਤਨ ਕਰਨਾ, ਵਾਹਿਗੁਰੂ ਗੁਰਮੰਤਰ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਕੀਰਤਨ ਦੇ ਵਿੱਚ ਵੀ ਕਿੰਨਾ ਚਿਰ ਵਾਹਿਗੁਰੂ ਗੁਰਮੰਤਰ ਕੀਤਾ ਤੇ ਕਰਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੀ ਆਈਡੈਂਟਿਟੀ ਹੈ ਇਸ ਜੱਥੇ ਦੇ ਵਿੱਚ, ਉਹਦੇ ਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ ਵੀ ਭਾਈ ਤਿਆਰ ਬਰ ਤਿਆਰ ਗਾਤਰਾ ਉੱਤੋਂ ਦੀ ਸੋਹਣੀ ਦਸਤਾਰ ਸਜਾਈ ਹੋਈ। ਇੱਥੋਂ ਤੱਕ ਵੀ ਅਖੰਡ ਕੀਰਤਨੀ ਜੱਥੇ ਦੇ ਵਿੱਚ ਬੀਬੀਆਂ ਵੀ ਛੋਟੀ ਕੇਸਕੀ ਜਾਂ ਵੱਡੀ ਕੇਸਕੀ ਸਿਰ ਦੇ ਉੱਤੇ ਸਜਾ ਕੇ ਰੱਖਦੀਆਂ। ਤੋਂ ਇਹ ਜੱਥੇ ਦੇ ਵਿੱਚ ਵਿਵੇਕੀ ਸ਼ਬਦ ਉਹ ਵਰਤਦੇ, ਮੈਂ ਅਰਜ਼ ਵਿਵੇਕੀ ਦੀ ਕਰਨੀ ਸੀ, ਉਹ ਸ਼ਬਦ ਵਰਤਦੇ, ਉਹ ਸਰਬਲੋਹ ਦੇ ਬਰਤਨ ਯੂਜ਼ ਕਰਦੇ, ਸਾਰੇ ਨਹੀਂ, ਵਿੱਚੋਂ ਕੁਝ ਸੱਜਣ, ਤੇ ਆਪਣਾ ਭੋਜਨ ਵੀ ਆਪ ਹੀ ਤਿਆਰ ਕਰਦੇ। ਤੇ ਉਹ ਕਹਿੰਦੇ ਵੀ ਇਹ ਵਿਵੇਕੀ ਹੈ। ਤੇ ਮਹਾਰਾਜ ਛਕ ਲਓ, ਉਹ ਕਹਿੰਦੇ ਵੀ ਨਹੀਂ ਇਹ ਵਿਵੇਕੀ ਨੇ, ਇਹਨਾਂ ਨਹੀਂ ਛਕਣਾ। ਹੁਣ ਜੇ ਕੋਈ ਸੁਚਮਤਾ ਵਰਤਦਾ ਹੈ ਚੰਗੇ ਢੰਗ ਦੇ ਨਾਲ, ਇੱਕ ਤੇ ਸਰਬਲੋਹ ਦੀ ਇੰਨੀ ਕੁ ਖਾਸੀਅਤ ਹੈ ਵੀ ਆ ਜਿਹੜੀ ਡਿਸਕ ਦੀ ਪ੍ਰੋਬਲਮ ਹੈ, ਗੋਡਿਆਂ ਮੋਢਿਆਂ ਦੀ ਹੈ, ਉਹ ਲੋਹਾ ਥੋੜਾ ਘੁਲ ਕੇ ਜਾਂਦਾ ਰਹਿੰਦਾ ਹੈ, ਲਿਹਾਜ਼ਾ ਹੱਡੀਆਂ ਦੀ ਪ੍ਰੋਬਲਮ ਕਰੀਬ ਨਹੀਂ ਹੁੰਦੀ। ਉਹਦੇ ਪਿੱਛੇ ਫਿਲਾਸਫੀ ਤੇ ਹੀ ਸੀ ਨਾ, ਤੇ ਆਪਣੀ ਜਗ੍ਹਾ ਤੇ ਉਹ ਠੀਕ ਨੇ। ਪਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ
ਤੇ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਾਥੀ ਭਾਈ ਮਰਦਾਨਾ, ਉਹ ਵੀ ਮਰਾਸੀ, ਕਿਵੇਂ ਕਰ ਦੇਣਾ ਮੈਨੂੰ। ਭਾਈ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਨੇ, ਪਰ ਜਨਮ ਜਾ ਮਰਦਾਨਿਆਂ ਪਿਆਸ ਲੱਗੀ ਹੈ, ਪਾਣੀ ਲਿਆ। ਮਰਦਾਨਾ ਪਾਣੀ ਲਿਆਉਂਦਾ, ਗੁਰੂ ਨਾਨਕ ਸਾਹਿਬ ਪੀ ਲੈਂਦੇ ਨੇ। ਮਰਦਾਨੇ, ਜੀ ਮਹਾਰਾਜ ਮੇਰੇ ਕੱਪੜੇ ਤੇ ਬਿਲਕੁਲ ਮੈਲੇ ਹੋ ਗਏ ਨੇ, ਚਿੱਕੜ ਵਰਗੇ ਹੋਏ ਨੇ, ਤੇ ਤੂੰ ਆਪਣਾ ਚੋਲਾ ਦੇ ਦੇ, ਮੈਂ ਉਹ ਪਾ ਕੇ ਬਹਿ ਜਾਣਾ ਤੇ ਮੇਰੇ ਕੱਪੜੇ ਧੋ ਦੇ। ਮਹਾਰਾਜ ਪਾ ਲਓ। 12-12 ਸਾਲ ਦੀ ਉਦਾਸੀ, ਜੰਗਲ ਚੋਂ ਲੰਘ ਰਹੇ ਨੇ, ਪਹਾੜਾਂ ਚੋਂ ਲੰਘ ਰਹੇ, ਉੱਤੇ ਮਾਂ ਥੋੜਾ ਬੈਠੀ ਸੀ, ਵਾਸ਼ਿੰਗ ਮਸ਼ੀਨਾਂ ਥੋੜੀਆਂ ਸਨ। ਖਾਕੀ ਰੰਗ ਦੀ ਗਾਜੀ ਰਗੜਦੇ ਸਨ ਨਾ ਦੋਵੇਂ, ਬਾਬਾ ਤੇ ਮਰਦਾਨਾ। ਕਈ ਵਾਰ ਇਸ ਤਰ੍ਹਾਂ ਹੋਇਆ ਹੋਣਾ। ਔਰ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਖਾਦਾ, ਕੀ ਕੀ ਪੀਤਾ, ਜਿਵੇਂ ਦੀਆਂ ਪ੍ਰਸਥਿਤੀਆਂ ਸਨ। ਤਾਂ ਉਨੀ ਗੱਲ ਇੰਪਲੀਮੈਂਟ ਹੁੰਦੀ ਨਹੀਂ, ਬੜੀ ਔਖੀ। ਸਿੱਖ ਨੇ ਵਿਚਰਨਾ ਹੈ, ਸਿੱਖ ਨੇ ਕਾਰੋਬਾਰ ਕਰਨਾ ਹੈ, ਦੇਸ਼ਾਂ ਵਿਦੇਸ਼ਾਂ 'ਚ ਵੀ ਜਾਣਾ ਹੈ, ਟ੍ਰੇਨ 'ਚ ਵੀ ਜਾਣਾ ਹੈ, ਪਲੇਨ 'ਚ ਵੀ ਜਾਣਾ ਹੈ। ਤਾਂ ਗੁਰਮਤਿ ਵਿਵੇਕੀ ਕਿਹਨੂੰ ਕਹਿੰਦੀ? 2 ਅੱਖਰਾਂ ਦਾ ਸੰਧੀ ਹੈ, ਬਿਬ ਪਲੱਸ ਏਕ। ਬਿਬ ਮਾਇਨੇ 2, ਏਕ ਮਾਇਨੇ 1। ਤੂੰ ਵਿੱਚੋਂ ਇੱਕ ਦੀ ਨਿਸ਼ਾਨਦੇਹੀ ਕਰਨ ਵਾਲਾ। 2 ਕੀ? ਉਚਿਤ ਤੇ ਅਨੁਚਿਤ, ਚੰਗਾ ਤੇ ਮਾੜਾ। ਜਿਹੜਾ ਕੰਮ ਕਰਨ ਤੋਂ ਪਹਿਲਾਂ ਇਹ ਵਿਚਾਰ ਕਰ ਲੈ ਵੀ ਆਹ ਕੰਮ ਉਚਿਤ ਹੈ, ਆਹ ਕੰਮ ਅਨੁਚਿਤ ਹੈ, ਉਹ ਵਿਵੇਕੀ ਹੈ। ਇਹੀ ਵਿਵੇਕੀ ਦੀ ਪਰਿਭਾਸ਼ਾ ਗੁਰਬਾਣੀ ਨੇ ਲਿਖੀ ਹੈ। ਭਾਈ ਜਿਹੜਾ ਵਿਵੇਕੀ ਹੈ, ਇਸ ਤਰ੍ਹਾਂ ਦਾ ਕੋਈ ਵਿਵੇਕੀ ਹੈ। ਔਰ ਕਹੋ ਕਬੀਰ ਜਿਨ ਦੀਆ ਪਲੀਤਾ, ਤਿੰਨ ਤੈਸੀ ਝੱਲ ਦੇਖੀ, ਝੱਜਾ ਲੱਲਾ ਝੱਲ। ਔਰ ਇਹਦੇ ਅਰਥ ਨੇ ਝਲਕ। ਜਿਵੇਂ ਦਾ ਕਿਸੇ ਕੋਲ ਪਲੀਤਾ ਹੈ, ਉਵੇਂ ਦੀ ਝਲਕ ਹੈ। ਹਨੇਰਾ ਹੈ, ਪਲੀਤਾ ਛੋਟਾ ਹੈ, ਸਾਹਮਣੇ ਵਾਲੇ ਦੀ ਝਲਕ ਘੱਟ ਦਿਸੇਗੀ। ਸਾਡੇ ਕੋਲ ਬੜੀ ਵੱਡੀ ਮਿਸਾਲ ਹੈ, ਚਾਨਣ ਪ੍ਰਚੰਡ ਹੈ, ਤੇ ਸਾਨੂੰ ਝਲਕ ਵੀ ਵੱਡੀ ਦਿਸੇਗੀ। ਝਲਕ ਸ਼ਬਦ ਜਿਹੜਾ ਹੈ, ਇਹਦੇ ਅਰਥ ਨੇ ਝਲਕ। ਜਿਸ ਤਰ੍ਹਾਂ ਮਾਮੂਲੀ ਜੀ ਆਸਮਾਨੀ ਬਿਜਲੀ ਦੀ ਝਲਕ ਸਾਨੂੰ ਦਿਸਦੀ ਹੈ, ਭਾਈ ਜਿਸ ਤਰ੍ਹਾਂ ਦਾ ਤੇਰੇ ਕੋਲ ਪਲੀਤਾ ਹੈ, ਜਿਸ ਤਰ੍ਹਾਂ ਦਾ ਤੇਰੇ ਕੋਲ ਗਿਆਨ ਹੈ, ਉਸ ਤਰ੍ਹਾਂ ਦਾ ਤੈਨੂੰ ਅੱਗੋਂ ਝਲਕ ਦਿਸ ਪੈਗੀ। ਡਿਪੈਂਡ ਤੇਰੇ ਤੇ ਕਰਦਾ ਵੀ ਤੂੰ ਆਪਣੇ ਆਪ ਨੂੰ ਕਿਵੇਂ ਪ੍ਰਪੇਅਰ ਕਰਦਾ। ਤੋ ਸਾਧ ਸੰਗਤ ਭਗਤ ਕਬੀਰ ਸਾਹਿਬ ਮਹਾਰਾਜ ਨੇ ਅੱਜ ਜੋ ਬਖਸ਼ਿਸ਼ ਕੀਤੀ ਹੈ, ਭਾਈ ਗੁਰੂ ਕੋਲੋਂ ਚੰਗੀ ਮੱਤ ਲੈ ਕੇ ਜਿਹੜੇ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਨੇ, ਉਹਨੂੰ ਫਿਰ ਜੋਗੀਆਂ ਵਾਲੇ ਖੱਟ ਚੱਕਰ ਵਿੱਚ ਨਹੀਂ ਪੈਣਾ ਪੈਂਦਾ। ਔਰ ਇਸ ਪ੍ਰਕਾਰ ਉਹ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਕਰ ਲੈਂਦਾ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਧ ਸੰਗਤ, ਸੈਟਰਡੇ ਨੂੰ, ਹਰ ਸੈਟਰਡੇ ਨੂੰ, ਹਰ ਸ਼ਨੀਵਾਰ ਨੂੰ ਇਸ ਸਥਾਨ ਤੇ ਹਫ਼ਤਾਵਾਰੀ ਦੀਵਾਨਾਂ ਦਾ ਆਯੋਜਨ ਕੀਤਾ ਗਿਆ ਹੈ, ਜਿਹਦੇ ਵਿੱਚ ਬਹੁਤ ਉੱਚ ਕੋਟੀ ਦੇ ਰਾਗੀ ਜਥੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਦੇ ਨੇ। ਇੱਕ ਜਥਾ ਸੱਚਖੰਡ ਦਰਬਾਰ ਸਾਹਿਬ ਤੋਂ ਵੀ ਆ ਕੇ ਸੰਗਤਾਂ ਨੂੰ ਕੀਰਤਨ ਸੁਣਾਉਂਦਾ ਹੈ। ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਦੇ ਨੇ। ਸੋ ਆਪ ਸਾਰੀਆਂ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਵੀ ਆਪ ਜੀ ਵੀ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਿਆ ਕਰੋ। ਪਰਿਵਾਰਾਂ ਨੂੰ ਵੀ ਲੈ ਕੇ